गुड मॉर्निंग एवरीबडी, वेलकम टू द ऑफिशियल चैनल ऑफ एजुकेशन स्टडीज़। मेरा नाम है शैरन। ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਪੋਲਿਟੀ ਦੀ ਥਿਊਰੀ ਦਾ ਡੇ 7 ਕਵਰ ਕਰਨ ਵਾਲੇ ਹਾਂ। ਅਸੀਂ ਐਜੂਕੇਸ਼ਨ ਸਟੱਡੀਜ਼ ਦੇ ਉੱਪਰ ਪੋਲਿਟੀ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ, ਜਿਸ ਦੇ ਵਿੱਚ ਅਸੀਂ ਪਹਿਲਾਂ ਹੀ 6 ਲੈਕਚਰਸ ਕਰ ਚੁੱਕੇ ਹਾਂ ਔਰ ਅਸੀਂ ਇਸ ਦੇ ਵਿੱਚ ਲక్ష్ਮੀਕਾਂਤ ਦੀ ਬੁੱਕ ਐਂਡ ਲੂਇਸੈਂਟ ਦੋਨਾਂ ਨੂੰ ਹੀ ਪ੍ਰੋਪਰ ਤਰੀਕੇ ਦੇ ਨਾਲ ਕਵਰ ਕਰ ਰਹੇ ਹਾਂ। ਔਰ ਤੁਹਾਨੂੰ ਪਤਾ ਹੈ ਯੂਪੀਐਸਸੀ ਲੈਵਲ ਤੱਕ ਦੇ ਲਈ ਇਹ ਵਾਲੀਆਂ ਬੁੱਕਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦੀਆਂ। ਤਾਂ ਫਿਰ ਅਗਰ ਤੁਸੀਂ ਪੰਜਾਬ ਦੇ ਐਗਜ਼ਾਮ ਦੀ ਗੱਲ ਕਰੋਗੇ ਤਾਂ ਇਹਦੇ ਵਿੱਚ ਹਰ ਇੱਕ ਐਗਜ਼ਾਮ ਤੁਹਾਡਾ ਇਸੇ ਸੀਰੀਜ਼ ਦੇ ਵਿੱਚ ਕਵਰ ਕਰ ਦੇਗਾ ਪੋਲਿਟੀ ਨੂੰ। ਓਕੇ, ਤਾਂ ਇਸ ਲਈ ਤੁਸੀਂ ਇਹ ਵਾਲੇ ਸੈਸ਼ਨਸ ਬਿਲਕੁਲ ਡੇ 1 ਤੋਂ ਦੇਖਣਾ ਸਟਾਰਟ ਕਰ ਦੇਣਾ। ਓਕੇ, ਤਾਂ ਸਟਾਰਟ ਕਰਾਂਗੇ ਫਿਰ ਅੱਜ ਦੇ ਸੈਸ਼ਨ ਨੂੰ। ਪਿਛਲੇ ਸੈਸ਼ਨ ਦੇ ਵਿੱਚ ਅਸੀਂ ਪਾਰਟ 1 ਤੱਕ ਕਵਰ ਕਰ ਚੁੱਕੇ ਹਾਂ, ਯਾਨੀ ਕਿ ਆਰਟੀਕਲ 4 ਤੱਕ ਅਸੀਂ ਕਨਸਟੀਟਿਊਸ਼ਨ ਦੇ ਦੇਖ ਚੁੱਕੇ ਹਾਂ। ਤੁਸੀਂ ਕਿਸੇ ਵੀ ਬੈਕਗ੍ਰਾਉਂਡ ਤੋਂ ਬਿਲੋਂਗ ਕਰਦੇ ਹੋ, ਅਗਰ ਤੁਹਾਨੂੰ ਬਿਲਕੁਲ ਕੁਝ ਵੀ ਨਹੀਂ ਆਉਂਦਾ ਤਾਂ ਅਸੀਂ ਇਸ ਸੀਰੀਜ਼ ਨੂੰ ਬਿਲਕੁਲ ਜ਼ੀਰੋ ਲੈਵਲ ਤੋਂ ਸਟਾਰਟ ਕੀਤਾ ਹੋਇਆ ਹੈ ਤੇ ਜਦੋਂ ਤੱਕ ਇਹ ਸੀਰੀਜ਼ ਕੰਪਲੀਟ ਹੋਏਗੀ ਇਹ ਤੁਹਾਨੂੰ ਪੋਲਿਟੀ ਦਾ ਹੀਰੋ ਬਣਾ ਦੇਗੀ। ਆਈ ਅਸ਼ੋਰ ਯੂ ਦੈਟ। ਓਕੇ, ਸਟਾਰਟ ਕਰਦੇ ਹਾਂ ਫਿਰ ਅੱਜ ਦੇ ਸੈਸ਼ਨ ਨੂੰ। ਜਿਨ੍ਹਾਂ ਨੇ ਪਿਛਲੇ ਸੈਸ਼ਨ ਨਹੀਂ ਦੇਖੇ ਪਹਿਲਾਂ ਉਹ ਦੇਖ ਲੈਣਾ, ਉਹਦੇ ਨਾਲ ਤੁਹਾਨੂੰ ਬੈਕਗ੍ਰਾਉਂਡ ਥੋੜੀ ਜੀ ਜ਼ਿਆਦਾ ਕਲੀਅਰ ਹੋ ਜਾਏਗੀ। ਠੀਕ ਹੈ, ਜਦੋਂ ਅਸੀਂ ਸਾਡੇ ਪਾਰਟ 2 ਦੀ ਗੱਲ ਕਰਦੇ ਹਾਂ ਉਸ ਦਾ ਨਾਮ ਕੀ ਹੈ? ਸਿਟੀਜ਼ਨਸ਼ਿਪ। ਔਰ ਇਸ ਦੇ ਵਿੱਚ ਆਰਟੀਕਲ ਆਣਗੇ 5 ਤੋਂ ਲੈ ਕੇ 11 ਤੱਕ ਦੇ ਆਰਟੀਕਲ। ਠੀਕ ਹੈ, ਜਦੋਂ ਤੁਸੀਂ ਸਾਡੇ ਦੇਸ਼ ਦੇ ਵਿੱਚ ਰਹਿਣ ਵਾਲੇ ਨੋਰਮਲ ਲੋਕਾਂ ਦੀ ਗੱਲ ਕਰਦੇ ਹੋ ਤਾਂ ਸਾਨੂੰ ਨਾ 2 ਟਾਈਪਸ ਦੇ ਲੋਕ ਹੈ ਜਿਹੜੇ ਕਿ ਇੱਥੇ ਦੇਖਣ ਨੂੰ ਮਿਲਦੇ ਨੇ। ਠੀਕ ਹੈ, ਕਿਹੜੇ ਕਿਹੜੇ? ਪਹਿਲੇ ਹੁੰਦੇ ਆ ਜਿਹੜੇ ਕਿ ਇੰਡੀਆ ਦੇ ਹੀ ਸਿਟੀਜ਼ਨਸ ਨੇ। ਦੂਸਰੇ ਹੁੰਦੇ ਆ ਜਿਹੜੇ ਕਿ ਏਲੀਅਨ ਹੈ। ਇਹ ਜਾਦੂ ਵਾਲਾ ਏਲੀਅਨ ਨਹੀਂ ਹੈ। ਓਕੇ, ਇਹ ਮਤਲਬ ਉਹ ਵਾਲੇ ਲੋਕ ਜਿਹੜੇ ਕਿ ਫੋਰਨ ਕੰਟਰੀਜ਼ ਤੋਂ ਬਿਲੋਂਗ ਕਰਦੇ ਨੇ। ਠੀਕ ਹੈ, ਔਰ ਇੱਥੇ ਇੰਡੀਆ ਦੇ ਵਿੱਚ ਰਹਿ ਰਹੇ ਆ। ਓਕੇ, ਹੁਣ ਇਹਨਾਂ ਦੋਨਾਂ ਨੂੰ ਜਿਹੜੇ ਰਾਈਟਸ ਮਿਲਦੇ ਆ ਨਾ, ਚਾਹੇ ਉਹ ਸਿਟੀਜ਼ਨਸ ਨੂੰ ਜਾਂ ਫਿਰ ਏਲੀਅਨਸ ਨੂੰ, ਇਹਨਾਂ ਦੋਨਾਂ ਨੂੰ ਮਿਲਣ ਵਾਲੇ ਰਾਈਟਸ ਦੇ ਵਿੱਚ ਫਰਕ ਹੁੰਦਾ ਆ। ਓਕੇ, ਕੁਝ ਪੋਲੀਟੀਕਲ ਰਾਈਟਸ ਹੁੰਦੇ ਆ, ਕੁਝ ਸਿਵਿਕ ਰਾਈਟ ਹੁੰਦੇ ਆ ਜਿਹੜੇ ਦਿੱਤੇ ਜਾਂਦੇ ਆ, ਪਰ ਜਿਹੜੇ ਸਿਟੀਜ਼ਨਸ ਆ ਉਹਨਾਂ ਨੂੰ ਜ਼ਿਆਦਾ ਅਧਿਕਾਰ ਮਿਲਦੇ ਆ ਔਰ ਏਲੀਅਨਸ ਨੂੰ ਉਹਨਾਂ ਦੇ ਕੰਪੈਰੀਟਿਵਲੀ ਘੱਟ ਅਧਿਕਾਰ ਦਿੱਤੇ ਜਾਂਦੇ ਆ। ਨੋ ਡਾਊਟ ਕਿ ਏਲੀਅਨਸ ਨੂੰ ਵੀ ਅਸੀਂ ਅਧਿਕਾਰ ਦਿੰਦੇ ਆ, ਬਟ ਸਿਟੀਜ਼ਨਸ ਦੇ ਕੰਪੈਰੀਟਿਵਲੀ ਘੱਟ ਮਿਲਦੇ ਨੇ। ਓਕੇ, ਹੁਣ ਜਿਹੜੇ ਏਲੀਅਨਸ ਹੈ ਇਹ ਵੀ 2 ਟਾਈਪਸ ਦੇ ਹੁੰਦੇ ਆ। ਪਹਿਲੇ ਹੁੰਦੇ ਆ ਉਹ ਵਾਲੇ ਜਿਹੜੇ ਕਿ ਇੰਡੀਆ ਦੀਆਂ ਜਿਹੜੀਆਂ ਫਰੈਂਡ ਕੰਟਰੀਜ਼ ਹੈ ਉਹਨਾਂ ਤੋਂ ਬਿਲੋਂਗ ਕਰਦੇ ਆ, ਲਾਈਕ USA, ਆਸਟ੍ਰੇਲੀਆ, ਫਰਾਂਸ ਵਗੈਰਾ, ਜਿਹੜੇ ਕਿ ਦੇਸ਼ ਸਾਡੇ ਨਾਲ ਅੱਛੇ ਰਿਲੇਸ਼ਨਸ ਬਣਾ ਕੇ ਰੱਖਦੇ ਨੇ। ਓਕੇ, ਤੇ ਦੂਸਰੇ ਹੁੰਦੇ ਆ ਜਿਹੜੇ ਕਿ ਸਾਡੇ ਐਨੀਮੀ ਕੰਟਰੀਜ਼ ਤੋਂ ਬਿਲੋਂਗ ਕਰਦੇ ਆ। ਤਾਂ ਹੁਣ ਇਹਦੇ ਵਿੱਚ ਅਗਰ ਤੁਸੀਂ ਦੇਖੋਗੇ ਪੂਰੇ ਵਰਲਡ ਦੇ ਨਾਲ ਹੀ ਇੰਡੀਆ ਦੇ ਅੱਛੇ ਰਿਲੇਸ਼ਨ ਹੈ। ਅਸੀਂ ਆਫੀਸ਼ੀਅਲੀ ਕਿਸੇ ਨੂੰ ਵੀ ਆਪਣੀ ਐਨੀਮੀ ਕੰਟਰੀ ਘੋਸ਼ਿਤ ਨਹੀਂ ਕੀਤਾ ਹੋਇਆ। ਠੀਕ ਹੈ, ਸਾਡੇ ਪਾਕਿਸਤਾਨ ਔਰ ਚਾਈਨਾ ਦੇ ਨਾਲ ਕਿਤੇ ਕਿਤੇ ਕੁਝ ਮਤਭੇਦ ਹੋ ਜਾਂਦੇ ਆ, ਬਟ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਸਾਡੇ ਐਨੀਮੀ ਕੰਟਰੀਜ਼ ਹੋ ਗਈਆਂ। ਰਾਈਟ, ਦੇਖੋ ਅਸੀਂ ਇਹਨਾਂ ਦੇ ਨਾਲ ਐਕਸਪੋਰਟ ਇੰਪੋਰਟ ਕਰਦੇ ਹਾਂ, ਬਿਲਕੁਲ ਕਰਦੇ ਹਾਂ। ਅਸੀਂ ਇਹਨਾਂ ਦੇ ਨਾਲ ਕਾਫੀ ਸਾਰੀਆਂ ਆਰਗੇਨਾਈਜੇਸ਼ਨ ਦੇ ਵਿੱਚ ਵੀ ਪਾਰਟਿਸਿਪੇਟ ਕਰਦੇ ਹਾਂ, ਕਾਫੀ ਸਾਰੀਆਂ ਮੀਟਿੰਗਸ ਵਗੈਰਾ ਵੀ ਕਰਦੇ ਰਹਿੰਦੇ ਹਾਂ। ਸਾਡੇ ਇੱਥੇ ਦੇ ਜਿਹੜੇ ਡਿਪਲੋਮੈਟਸ ਹੈਗੇ ਆ ਉਹ ਇਹਨਾਂ ਦੋਨੋਂ ਕੰਟਰੀਜ਼ ਦੇ ਵਿੱਚ ਜਾਂਦੇ ਵੀ ਹੈ। ਸਾਡੇ ਈਵਨ ਪ੍ਰਾਈਮ ਮਿਨਿਸਟਰ, ਪ੍ਰੈਸੀਡੈਂਟ ਵੀ ਜਾਂਦੇ ਆ। ਇਸ ਦਾ ਮਤਲਬ ਇਹ ਸਾਡੇ ਨਾਲ ਦੁਸ਼ਮਣ ਕੰਟਰੀਜ਼ ਨਹੀਂ ਹੈ। ਪਰ ਇੱਕ ਚੀਜ਼ ਯਾਦ ਰੱਖਣਾ, ਜਿਸ ਟਾਈਮ ਦੇ ਉੱਪਰ ਸਾਡੀ ਕਿਸੇ ਵੀ ਦੇਸ਼ ਦੇ ਨਾਲ, ਸਿਰਫ ਚਾਈਨਾ ਪਾਕਿਸਤਾਨ ਦੀ ਗੱਲ ਨਹੀਂ ਹੈ, ਪੂਰੇ ਵਰਲਡ ਦੇ ਵਿੱਚ ਕਿਸੇ ਵੀ ਦੇਸ਼ ਦੇ ਨਾਲ ਅਗਰ ਸਾਡੀ ਜੰਗ ਲੱਗੀ ਹੋਈ ਹੈ, ਵਾਰ ਲੱਗੀ ਹੋਈ ਹੈ, ਉਸ ਟਾਈਮ ਦੇ ਉੱਪਰ ਉਹ ਕੰਟਰੀ ਆਟੋਮੈਟਿਕਲੀ ਸਾਡੀ ਐਨੀਮੀ ਕੰਟਰੀ ਹੋ ਜਾਏਗੀ ਔਰ ਇੱਥੇ ਦੇ ਜਿਹੜੇ ਲੋਕ ਹੈ ਆਟੋਮੈਟਿਕਲੀ ਸਾਡੇ ਐਨੀਮੀ ਏਲੀਅਨ ਦੇ ਵਿੱਚ ਆ ਜਾਣਗੇ। ਠੀਕ ਹੈ, ਜਿਸ ਤਰ੍ਹਾਂ ਕਿ ਸਾਡੀ 1962 ਦੇ ਵਿੱਚ ਚਾਈਨਾ ਨਾਲ ਵਾਰ ਹੋਈ ਸੀ, 1971 ਦੇ ਵਿੱਚ ਸਾਡੀ ਪਾਕਿਸਤਾਨ ਦੇ ਨਾਲ ਵਾਰ ਹੋਈ ਸੀ। ਰਾਈਟ, ਤਾਂ ਉਸ ਟਾਈਮ ਦੇ ਵਿੱਚ ਇਹਨਾਂ ਦੇ ਜਿਹੜੇ ਸਿਟੀਜ਼ਨਸ ਹੈ ਉਹ ਸਾਡੇ ਲਈ ਫੋਰਨ ਏਲੀਅਨਸ ਹੋਣਗੇ, ਬਟ ਕਿਹੜੇ ਵਾਲੇ? ਐਨੀਮੀ ਕੰਟਰੀ ਵਾਲੇ। ਠੀਕ ਹੈ, ਓਕੇ, ਤਾਂ ਹੁਣ ਅਸੀਂ ਦੇਖਿਆ ਕਿ ਕੁਝ ਇੱਕ ਐਦਾਂ ਦੇ ਰਾਈਟਸ ਹੈ ਜਿਹੜੇ ਕਿ ਇੰਡੀਅਨ ਸਿਟੀਜ਼ਨਸ ਨੂੰ ਮਿਲਦੇ ਆ ਤੇ ਕੁਝ ਹੁੰਦੇ ਆ ਜਿਹੜੇ ਕਿ ਏਲੀਅਨਸ ਨੂੰ ਮਿਲਦੇ ਨੇ, ਹੈ ਨਾ। ਪਰ ਅਸੀਂ ਇੱਥੇ ਕੀ ਯਾਦ ਰੱਖਣਾ ਹੈ ਕਿ ਸਭ ਤੋਂ ਜ਼ਿਆਦਾ ਰਾਈਟਸ ਦਿੱਤੇ ਜਾਂਦੇ ਆ ਇੰਡੀਅਨ ਸਿਟੀਜ਼ਨਸ ਨੂੰ, ਦੂਸਰੇ ਨੰਬਰ ਦੇ ਉੱਪਰ ਫਰੈਂਡਲੀ ਏਲੀਅਨਸ ਨੂੰ ਰਾਈਟ ਦਿੱਤੇ ਜਾਂਦੇ ਆ ਤੇ ਸਭ ਤੋਂ ਘੱਟ ਰਾਈਟ ਮਿਲਦੇ ਆ ਐਨੀਮੀ ਏਲੀਅਨਸ ਨੂੰ। ਕਹਿਣ ਦਾ ਮਤਲਬ ਅਸੀਂ ਐਨੀਮੀ ਏਲੀਅਨਸ ਨੂੰ ਵੀ ਰਾਈਟਸ ਦਿੰਦੇ ਆ। ਫੋਰ ਐਗਜ਼ਾਮਪਲ 2008 ਦੇ ਵਿੱਚ ਸਾਡੇ ਇੱਥੇ ਮੁੰਬਈ ਦੇ ਉੱਪਰ ਅਟੈਕ ਹੋਏ ਸੀ 9, ਹੈ ਨਾ, ਔਰ ਉਸ ਦੇ ਵਿੱਚ ਇੱਕ ਪਰਸਨ ਸੀਗਾ ਜੋ ਕਿ ਸਾਨੂੰ ਜ਼ਿੰਦਾ ਮਿਲ ਗਿਆ ਸੀ, ਅਟੈਕਰ, ਹੈ ਨਾ। ਇਹ ਅਟੈਕ ਕਰਵਾਏ ਕਿਸਨੇ ਸੀ? ਲਸ਼ਕਰ-ਏ-ਤੌਇਬਾ ਨੇ ਕਰਵਾਏ ਸੀ। ਸਟਾਰਟਿੰਗ ਦੇ ਵਿੱਚ ਪਾਕਿਸਤਾਨ ਨੇ ਕਿਹਾ ਸੀਗਾ ਕਿ ਇਹ ਪਰਸਨ ਸਾਡੇ ਇੱਥੋਂ ਬਿਲੋਂਗ ਨਹੀਂ ਕਰਦਾ, ਪਰ ਬਾਅਦ ਦੇ ਵਿੱਚ ਇਹ ਪ੍ਰੂਫ ਹੋ ਗਿਆ ਸੀਗਾ ਕਿ ਕਸਾਬ ਉੱਥੋਂ ਦਾ ਹੀ ਰਹਿਣ ਵਾਲਾ ਹੈ ਨਾ। ਤਾਂ ਕਿ ਅਸੀਂ ਇਹਨੂੰ ਪਕੜ ਕੇ ਡਾਇਰੈਕਟ ਫਾਂਸੀ ਤੇ ਚੜਾਤਾ ਸੀ? ਬਿਲਕੁਲ ਵੀ ਨਹੀਂ, ਕਿਉਂਕਿ ਸਾਨੂੰ ਪਤਾ ਹੈ ਕਿ ਇਹਦੇ ਵੀ ਆਪਣੇ ਰਾਈਟ ਹੈਗੇ ਨੇ, ਬੀਇੰਗ ਅ ਹਿਊਮਨ, ਹੈ ਨਾ। ਤਾਂ ਫਿਰ ਉਸ ਦੇ ਲਈ ਵੀ ਪ੍ਰੋਪਰ ਕੋਰਟ ਦੇ ਵਿੱਚ ਟ੍ਰਾਇਲ ਚਲਾਏ ਗਏ, ਉਹਨੂੰ ਵੀ ਵਕੀਲ ਦਿੱਤਾ ਗਿਆ ਜੋ ਕਿ ਉਹਨੂੰ ਨਿਰਦੋਸ਼ ਸਾਬਿਤ ਕਰ ਸਕੇ। ਠੀਕ ਹੈ, ਔਰ ਤੀਸਰਾ, ਪਾਕਿਸਤਾਨ ਦੀ ਗਵਰਨਮੈਂਟ ਨੂੰ ਐਂਡ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੂੰ ਇੰਡੀਆ ਦੀ ਗਵਰਨਮੈਂਟ ਦੇ ਵੱਲੋਂ ਸਾਰੇ ਪ੍ਰੂਫ ਦਿੱਤੇ ਗਏ। ਕਹਿਣ ਦਾ ਮਤਲਬ ਉਹਨੂੰ ਉਸਦੇ ਸਾਰੇ ਅਧਿਕਾਰ ਮਿਲੇ ਸੀਗੇ ਤੇ ਫਾਈਨਲੀ ਕੋਰਟ ਦੀ ਨਜ਼ਰ ਦੇ ਵਿੱਚ ਜਦੋਂ ਉਹਨੂੰ ਦੋਸ਼ੀ ਸਾਬਿਤ ਕੀਤਾ ਗਿਆ ਉਸ ਤੋਂ ਬਾਅਦ ਜਾ ਕੇ ਫਿਰ 2012 ਦੇ ਵਿੱਚ ਉਹਨੂੰ ਡੈਥ ਸੈਂਟੈਂਸ ਸੁਣਾਇਆ ਗਿਆ ਸੀ, ਹੈ ਨਾ।
ਓਕੇ, ਮੀਨ ਹੁਣ ਅਸੀਂ ਏਲੀਅਨਸ ਨੂੰ ਵੀ, ਈਵਨ ਐਨੀਮੀ ਏਲੀਅਨਸ ਨੂੰ ਵੀ ਪ੍ਰੋਪਰ ਰਾਈਟਸ ਦਿੰਦੇ ਹਾਂ। ਤਾਂ ਹੁਣ ਫਿਰ ਅਸੀਂ ਰਾਈਟਸ ਦੀ ਹੀ ਗੱਲ ਕਰ ਲੈਂਦੇ ਹਾਂ ਜਿਹੜੇ ਕਿ ਸਾਡੇ ਇੰਡੀਆ ਦੇ ਸਿਟੀਜ਼ਨਸ ਨੂੰ ਮਿਲਦੇ ਨੇ, ਠੀਕ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਦੇਖ ਲੈਂਦੇ ਹਾਂ ਸਾਡੇ ਫੰਡਾਮੈਂਟਲ ਰਾਈਟਸ ਦੀ, ਓਕੇ। ਤਾਂ ਇਸ ਦੇ ਵਿੱਚ ਅਸੀਂ ਆਰਟੀਕਲ 15, 16, 19, 29 ਔਰ 30 ਦੀ ਗੱਲ ਕਰਾਂਗੇ, 5 ਆਰਟੀਕਲਸ, ਓਕੇ। ਇਹ ਉਹ ਵਾਲੇ ਰਾਈਟਸ ਹੈ ਜਿਹੜੇ ਕਿ ਸਾਡੇ ਇੰਡੀਅਨ ਸਿਟੀਜ਼ਨਸ ਨੂੰ ਦਿੱਤੇ ਜਾਂਦੇ ਨੇ ਪਰ ਏਲੀਅਨਸ ਨੂੰ ਨਹੀਂ ਮਿਲਦੇ, ਓਕੇ। ਪਹਿਲਾਂ ਦੇਖ ਲੈਂਦੇ ਹਾਂ ਆਰਟੀਕਲ 15। ਇਸ ਦੇ ਵਿੱਚ ਕੀ ਬੋਲਿਆ ਗਿਆ ਹੈ ਕਿ ਕੋਈ ਵੀ ਇੰਡੀਆ ਦਾ ਸਿਟੀਜ਼ਨ, ਉਸਨੂੰ ਕਾਸਟ, ਰਿਲੀਜਨ, ਸੈਕਸ, ਰੇਸ ਜਾਂ ਫਿਰ ਪਲੇਸ ਆਫ ਬਰਥ ਵਗੈਰਾ ਦੇ ਬੇਸ ਦੇ ਉੱਪਰ ਬਿਲਕੁਲ ਵੀ ਉਸਦੇ ਨਾਲ ਭੇਦਭਾਵ ਨਹੀਂ ਕੀਤਾ ਜਾਏਗਾ। ਇਹ ਕਿਹਨੂੰ ਮਿਲਦਾ ਹੈ? ਓਨਲੀ ਇੰਡੀਅਨ ਸਿਟੀਜ਼ਨਸ ਨੂੰ। 16 ਦੇ ਵਿੱਚ ਬੋਲਿਆ ਗਿਆ ਕਿ ਅਗਰ ਸਾਡੇ ਇੱਥੇ ਕੋਈ ਵੀ ਪਬਲਿਕ ਇੰਪਲੋਇਮੈਂਟ ਨਿਕਲਦੀ ਹੈ ਤਾਂ ਉਸ ਦੇ ਵਿੱਚ ਬਰਾਬਰ ਮੌਕੇ ਪ੍ਰੋਵਾਈਡ ਕੀਤੇ ਜਾਣਗੇ ਸਾਰੀ ਦੀ ਸਾਰੀ ਜਨਤਾ ਨੂੰ, ਹੈ ਨਾ। ਪਰ ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਕੋਈ ਯੂਕੇ ਤੋਂ, ਕੋਈ ਪਾਕਿਸਤਾਨ ਤੋਂ ਜਾਂ ਚਾਈਨਾ ਤੋਂ ਇੱਥੇ ਘੁੰਮਣ ਦੇ ਲਈ ਆਇਆ ਔਰ ਉਹਨੇ ਦੇਖਿਆ ਕਿ ਇੱਥੇ ਪਬਲਿਕ ਇੰਪਲੋਇਮੈਂਟ ਦੇ ਵਿੱਚ ਨੌਕਰੀਆਂ ਨਿਕਲੀਆਂ ਹੋਈਆਂ ਔਰ ਉਹਨੇ ਅਪਲਾਈ ਕਰਤਾ ਔਰ ਇੱਥੇ ਜੌਬ ਕਰਨ ਲੱਗ ਗਿਆ। ਐਦਾਂ ਨਹੀਂ ਹੋਏਗਾ, ਰਾਈਟ। ਯਾਨੀ ਕਿ ਇਹ ਵਾਲੇ ਅਧਿਕਾਰ ਵੀ ਸਿਰਫ ਔਰ ਸਿਰਫ ਸਾਡੇ ਇੱਥੇ ਦੇ ਸਿਟੀਜ਼ਨਸ ਨੂੰ ਹੀ ਮਿਲਦੇ ਨੇ, ਠੀਕ ਹੈ। ਹੁਣ ਦੇਖ ਲੈਂਦੇ ਹਾਂ ਆਰਟੀਕਲ 19। ਇਹਦੇ ਵਿੱਚ ਸਾਨੂੰ ਅਧਿਕਾਰ ਹੈ ਕਿ ਅਸੀਂ ਸਪੀਚ ਕਰ ਸਕਦੇ ਹਾਂ, ਯਾਨੀ ਬੋਲ ਸਕਦੇ ਹਾਂ, ਅਸੀਂ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਦੇ ਹਾਂ। ਅਗਰ ਸਾਨੂੰ ਸਾਡੀ ਗਵਰਨਮੈਂਟ ਦੀ ਕੋਈ ਪਾਲਿਸੀ ਅੱਛੀ ਨਹੀਂ ਲੱਗਦੀ ਤਾਂ ਅਸੀਂ ਉਸਦੇ ਅਗੇਂਸਟ ਬੋਲ ਸਕਦੇ ਹਾਂ, ਅਸੀਂ ਧਰਨੇ ਪ੍ਰਦਰਸ਼ਨ ਵਗੈਰਾ ਕਰ ਸਕਦੇ ਹਾਂ, ਹੈ ਨਾ। ਪਰ ਕੋਈ ਫੋਰਨ ਕੰਟਰੀ ਤੋਂ ਆਇਆ ਪਰਸਨ ਸਾਡੇ ਇੱਥੇ ਗਵਰਨਮੈਂਟ ਦੇ ਅਗੇਂਸਟ ਧਰਨੇ ਨਹੀਂ ਕਰ ਸਕਦਾ, ਅਗੇਂਸਟ ਬੋਲ ਨਹੀਂ ਸਕਦਾ, ਯਾਨੀ ਕਿ ਉਸਨੂੰ ਸਪੀਚ ਐਂਡ ਐਕਸਪ੍ਰੈਸ਼ਨ ਦਾ ਅਧਿਕਾਰ ਪ੍ਰਾਪਤ ਨਹੀਂ ਹੈ, ਓਕੇ। ਇਸ ਤੋਂ ਬਾਅਦ 29 ਐਂਡ 30 ਆਰਟੀਕਲ ਦੇ ਵਿੱਚ ਸਾਨੂੰ ਕਲਚਰਲ ਐਂਡ ਐਜੂਕੇਸ਼ਨਲ ਰਾਈਟਸ ਮਿਲਦੇ ਹੈਗੇ ਨੇ। ਪਰ ਇਹ ਵਾਲੇ ਦੋਨੋਂ ਰਾਈਟਸ ਵੀ, ਯਾਨੀ ਕਿ ਅਸੀਂ ਆਪਣੇ ਕਲਚਰ ਨੂੰ ਪ੍ਰੋਪੋਗੇਟ ਕਰ ਸਕਦੇ ਹਾਂ, ਇਹ ਵਾਲੇ ਰਾਈਟਸ ਵੀ ਸਿਰਫ ਇੰਡੀਅਨ ਸਿਟੀਜ਼ਨਸ ਨੂੰ ਦਿੱਤੇ ਗਏ ਆ, ਫੋਰਨਰਸ ਨੂੰ ਨਹੀਂ ਮਿਲੇ ਹੋਏ, ਓਕੇ। ਤਾਂ ਇੱਥੇ ਤਾਂ ਹੁਣ ਅਸੀਂ ਗੱਲ ਕੀਤੀ ਉਹ ਵਾਲੇ ਰਾਈਟਸ ਦੀ ਜੋ ਕਿ ਸਾਨੂੰ ਫੰਡਾਮੈਂਟਲ ਰਾਈਟਸ ਦੇ ਵਿੱਚ ਮਿਲੇ ਹੋਏ ਨੇ, ਰਾਈਟ। ਬਟ ਇਸ ਦੇ ਨਾਲ ਨਾਲ ਸਾਨੂੰ ਕੁਝ ਪੋਲੀਟੀਕਲ ਰਾਈਟਸ ਵੀ ਮਿਲੇ ਹੋਏ ਆ। ਜਿਸ ਤਰ੍ਹਾਂ ਸਭ ਤੋਂ ਵੱਡਾ ਅਧਿਕਾਰ ਸਾਡੇ ਸਿਟੀਜ਼ਨਸ ਨੂੰ ਮਿਲਿਆ ਹੋਇਆ ਆ ਵੋਟ ਪਾਉਣ ਦਾ ਅਧਿਕਾਰ, ਹੈ ਨਾ। ਅਸੀਂ ਵੋਟ ਦਾ ਯੂਜ਼ ਕਰਕੇ ਆਪਣੀ ਗਵਰਨਮੈਂਟ ਨੂੰ, ਆਪਣੀ ਸਰਕਾਰ ਨੂੰ ਚੁਣ ਸਕਦੇ ਹਾਂ, ਓਕੇ। ਇਸ ਦਾ ਮਤਲਬ ਸਾਡੀ ਗਵਰਨਮੈਂਟ ਸਾਡੇ ਦੁਆਰਾ ਬਣਾਈ ਗਈ ਔਰ ਸਾਡੇ ਦੁਆਰਾ ਹੀ ਬਣਾਉਣ ਤੋਂ ਬਾਅਦ ਉਸ ਪੂਰੇ ਦੇਸ਼ ਦਾ ਐਡਮਿਨਿਸਟ੍ਰੇਸ਼ਨ ਕਰਦੀ ਹੈ। ਪਰ ਫੋਰਨ ਕੰਟਰੀ ਦਾ ਕੋਈ ਵੀ ਸਿਟੀਜ਼ਨ ਆ ਕੇ ਇੱਥੇ ਵੋਟ ਨਹੀਂ ਪਾ ਸਕਦਾ, ਓਕੇ। ਦੂਸਰਾ ਹੈਗਾ ਆ ਕੰਟੈਸਟ ਕਰਨ ਦਾ ਅਧਿਕਾਰ। ਜਿਸ ਤਰ੍ਹਾਂ ਕਿ ਪਾਰਲੀਮੈਂਟ ਦੇ ਵਿੱਚ ਲੋਕ ਸਭਾ, ਰਾਜ ਸਭਾ ਜਾਂ ਫਿਰ ਸਟੇਟ ਦੀਆਂ ਜਿਹੜੀਆਂ ਲੈਜਿਸਲੇਟਿਵ ਅਸੈਂਬਲੀਜ਼ ਹੁੰਦੀਆਂ, ਵੈਦਰ ਇਟ ਇਜ਼ ਵਿਧਾਨ ਸਭਾ ਔਰ ਵਿਧਾਨ ਪਰਿਸ਼ਦ, ਇਹਨਾਂ ਦੇ ਵਿੱਚ ਅਗਰ ਤੁਸੀਂ ਮੈਂਬਰ ਬਣਨਾ ਚਾਹੁੰਦੇ ਹੋ ਤਾਂ ਸਭ ਤੋਂ ਵੱਡੀ ਸ਼ਰਤ ਇਹ ਹੈ ਕਿ ਤੁਸੀਂ ਇੰਡੀਆ ਦੇ ਸਿਟੀਜ਼ਨ ਹੋਣੇ ਚਾਹੀਦੇ ਹੋ। ਮਤਲਬ ਕਿ ਕੋਈ ਫੋਰਨ ਦਾ ਪਰਸਨ ਆ ਕੇ ਇਹਨਾਂ ਦੇ ਵਿੱਚ ਐਜ਼ ਮੈਂਬਰਸ਼ਿਪ ਵੋਟਾਂ ਨੂੰ ਨਹੀਂ ਲੜ ਸਕਦਾ, ਚੋਣਾਂ ਨੂੰ ਨਹੀਂ ਲੜ ਸਕਦਾ, ਓਕੇ। ਇਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਇੰਪੋਰਟੈਂਟ ਆਫਿਸਿਸ ਦੀ। ਸਾਡੇ ਇੱਥੇ ਕੁਝ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆਫਿਸਿਸ ਹੈ। ਮੰਨ ਲਓ ਤੁਸੀਂ ਸਾਡੇ ਦੇਸ਼ ਦੇ ਪ੍ਰੈਜ਼ੀਡੈਂਟ ਬਣਨਾ ਚਾਹੁੰਦੇ ਹੋ, ਇਲੈਕਸ਼ਨ ਕਮਿਸ਼ਨਰ ਬਣਨਾ ਚਾਹੁੰਦੇ ਹੋ, ਕੈਗ ਬਣਨਾ ਚਾਹੁੰਦੇ ਹੋ, CJI ਯਾਨੀ ਕਿ ਚੀਫ ਜਸਟਿਸ ਆਫ ਇੰਡੀਆ ਬਣਨਾ ਚਾਹੁੰਦੇ ਹੋ, ਕਿਸੇ ਵੀ ਸਟੇਟ ਦੇ ਗਵਰਨਰ ਬਣਨਾ ਚਾਹੁੰਦੇ ਹੋ। ਤੁਹਾਨੂੰ ਪਤਾ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆਫਿਸਿਸ ਹੈਗੇ ਆ ਇੰਡੀਆ ਦੇ, ਹੈ ਨਾ। ਤਾਂ ਇਸ ਦੇ ਲਈ ਵੀ ਤੁਹਾਨੂੰ ਇੰਡੀਆ ਦਾ ਸਿਟੀਜ਼ਨ ਹੋਣਾ ਜ਼ਰੂਰੀ ਹੈਗਾ ਆ, ਅਦਰਵਾਈਜ਼ ਤੁਸੀਂ ਇਹਨਾਂ ਦੇ ਉੱਪਰ ਲੜ ਨਹੀਂ ਸਕਦੇ, ਠੀਕ ਹੈ। ਹਾਂ, ਇਹ ਜ਼ਰੂਰ ਹੈ ਕਿ ਜਿਵੇਂ ਤੁਸੀਂ ਪ੍ਰੈਜ਼ੀਡੈਂਟ ਬਣਨਾ ਆ ਤਾਂ ਉਸ ਦੇ ਲਈ ਚਾਹੇ ਤੁਸੀਂ ਬਾਏ ਬਰਥ ਇਹਦੇ ਦੇ ਸਿਟੀਜ਼ਨ ਹੋ, ਚਾਹੇ ਫਿਰ ਨੈਚੁਰਲਾਈਜ਼ਡ ਸਿਟੀਜ਼ਨ ਹੋ, ਇਸ ਦੇ ਬਾਰੇ ਅਸੀਂ ਬਾਅਦ ਦੇ ਵਿੱਚ ਡਿਸਕਸ ਕਰਾਂਗੇ। ਦੋਨਾਂ ਹੀ ਬੇਸਿਸ ਦੇ ਉੱਪਰ ਤੁਸੀਂ ਇੰਡੀਆ ਦੇ ਵਿੱਚ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਲੜ ਸਕਦੇ ਹੋ। USA ਦੀ ਤਰ੍ਹਾਂ ਨਹੀਂ ਹੈ ਕਿ ਤੁਸੀਂ ਅਗਰ ਪੈਦਾ ਹੋਏ ਹੋ, ਬਰਥ ਹੋਇਆ ਤੁਹਾਡਾ USA ਦੇ ਵਿੱਚ, ਤਾਂ ਹੀ ਤੁਸੀਂ ਉੱਥੇ ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਲੜ ਸਕਦੇ ਹੋ, ਐਦਾਂ ਨਹੀਂ ਹੈ, ਠੀਕ ਹੈ। ਤਾਂ ਹੁਣ ਇਹ ਸਾਡੇ ਸਾਰੇ ਉਹ ਰਾਈਟਸ ਹੋ ਗਏ ਜਿਹੜੇ ਕਿ ਇੰਡੀਆ ਦੇ ਸਿਟੀਜ਼ਨਸ ਨੂੰ ਮਿਲਦੇ ਨੇ, ਹੈ ਨਾ। ਇਸ ਦੇ ਨਾਲ ਨਾਲ ਸਾਨੂੰ ਕੁਝ ਡਿਊਟੀਜ਼ ਵੀ ਮਿਲੀਆਂ ਹੋਈਆਂ, ਲਾਈਕ ਅਸੀਂ ਆਪਣੇ ਨੈਸ਼ਨਲ ਐਂਥਮ ਦੀ ਰਿਸਪੈਕਟ ਕਰਾਂਗੇ, ਨੈਸ਼ਨਲ ਐਂਬਲਮਸ ਦੀ ਰਿਸਪੈਕਟ ਕਰਾਂਗੇ। ਸਾਡੇ ਦੇਸ਼ ਨੂੰ ਅਗਰ ਕਦੀ ਜ਼ਰੂਰਤ ਪੈਂਦੀ ਹੈ, ਠੀਕ ਹੈ, ਤਾਂ ਅਸੀਂ ਹਮੇਸ਼ਾ ਹੀ ਤਿਆਰ ਰਵਾਂਗੇ ਇਹਦੀ ਰੱਖਿਆ ਕਰਨ ਦੇ ਲਈ। ਇਹ ਸਾਰੇ ਵੀ ਸਾਡੀਆਂ ਡਿਊਟੀਜ਼ ਨੇ, ਹੈ ਨਾ। ਨੋ ਡਾਊਟ ਇਹ ਡਿਊਟੀਜ਼ ਅਸੀਂ ਫੋਲੋ ਕਰੀਏ ਜਾਂ ਨਾ ਕਰੀਏ ਸਾਡੇ ਲਈ ਮੈਂਡੇਟਰੀ ਨਹੀਂ ਹੈ, ਪਰ ਇਹ ਚੀਜ਼ਾਂ ਡਿਊਟੀਜ਼ ਸਾਡੇ ਫੋਰਨ ਏਲੀਅਨਸ ਨੂੰ ਨਹੀਂ ਬੋਲਿਆ ਜਾਂਦਾ ਕਿ ਤੁਹਾਨੂੰ ਕਰਨੀਆਂ ਚਾਹੀਦੀਆਂ ਆ, ਹੈ ਨਾ। ਸਮਝ ਗਏ? ਯਾਨੀ ਕਿ ਉਹਨਾਂ ਦੇ ਲਈ ਇਹ ਓਬਲੀਗੇਸ਼ਨਸ ਵੀ ਨਹੀਂ ਹੈ, ਓਕੇ। ਤਾਂ ਇਹ ਸਾਰਾ ਕੁਝ ਹੋ ਗਿਆ ਜੋ ਅਸੀਂ ਦੇਖਿਆ ਕਿ ਇੱਥੇ ਦੇ ਸਿਟੀਜ਼ਨਸ ਨੂੰ ਮਿਲ ਸਕਦਾ ਬਟ ਏਲੀਅਨ ਨੂੰ ਨਹੀਂ ਮਿਲ ਸਕਦਾ, ਹੈ ਨਾ, ਓਕੇ। ਤਾਂ ਇਸ ਤੋਂ ਬਾਅਦ ਹੁਣ ਅਸੀਂ ਗੱਲ ਕਰ ਲਾਂਗੇ ਸਿਟੀਜ਼ਨਸ਼ਿਪ ਦੀ ਐਕਚੁਅਲੀ, ਠੀਕ ਹੈ। ਤਾਂ ਦੇਖੋ ਜਦੋਂ ਅਸੀਂ ਸਾਡੇ ਆਰਟੀਕਲ 5 ਤੋਂ 11 ਨੂੰ ਸਟੱਡੀ ਕਰਦੇ ਹਾਂ ਤਾਂ ਇਹਦੇ ਵਿੱਚ ਅਸੀਂ ਦੇਖਿਆ ਕਿ ਸਿਟੀਜ਼ਨਸ਼ਿਪ ਦੇ ਬਾਰੇ ਵਿੱਚ ਗੱਲ ਕੀਤੀ ਗਈ ਹੈ, ਪਰ ਇਹਦੇ ਵਿੱਚ ਉਹਨਾਂ ਨੇ ਬੋਲਿਆ ਕਿ ਨਾ ਜ਼ਿਆਦਾ ਡਿਟੇਲ ਅਸੀਂ ਤੁਹਾਨੂੰ ਨਹੀਂ ਦੇਵਾਂਗੇ, ਅਸੀਂ ਤੁਹਾਨੂੰ ਕੁਝ ਬੇਸਿਕਸ ਦੇ ਦਾਂਗੇ ਜਿਸ ਦੇ ਬੇਸ ਦੇ ਉੱਪਰ ਤੁਸੀਂ ਸਿਟੀਜ਼ਨਸ਼ਿਪ ਨੂੰ ਦੇਖ ਸਕਦੇ ਹੋ ਕਿ ਇੰਡੀਆ ਵਿੱਚ ਕਿੱਦਾਂ ਕਿੱਦਾਂ ਮਿਲੇਗੀ। ਪਰ ਤੁਹਾਨੂੰ ਪਤਾ ਐਟ ਦੈਟ ਟਾਈਮ, ਯਾਨੀ ਕਿ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸੀ ਔਰ ਜਦੋਂ ਸਾਡੀ ਕਨਸਟੀਟਿਊਸ਼ਨ ਨੂੰ ਬਣਾਇਆ ਜਾ ਰਿਹਾ ਸੀ,
उस टाइम के उपर कुछ भी ना सैटल नहीं सीगा, यानी कि कुछ लोग पाकिस्तान तो इंडिया आ रहे सी, कुछ लोग इंडिया तो पाकिस्तान जा रहे सी, यानी कि आना जाना लग्या होया, कुछ फिक्स नहीं सी कि कौन कित्थे रहेगा कित्थे नहीं, है ना। ਤਾਂ ਇਸ ਕਰਕੇ ਫਿਰ ਜਿਹੜੇ ਸਾਡੇ ਕਨਸਟੀਟਿਊਸ਼ਨ ਦੇ ਮੇਕਰਸ ਹੈ ਉਹਨਾਂ ਨੇ ਕਿਹਾ ਕਿ ਅਸੀਂ ਸਿਟੀਜ਼ਨਸ਼ਿਪ ਦੇ ਐਕਟਸ ਨੂੰ ਨਾ ਥੋੜਾ ਜਿਹਾ ਈਜ਼ੀ ਵੀਜ਼ੀ ਬਣਾਵਾਂਗੇ, ਯਾਨੀ ਕਿ ਤੁਸੀਂ ਇਹਦੇ ਵਿੱਚ ਫਿਊਚਰ ਦੇ ਵਿੱਚ ਚੇਂਜ ਕਰ ਸਕਦੇ ਹੋ। ਹੁਣ ਹਮੇਸ਼ਾ ਹੀ 1947 ਵਾਲੀ ਸਿਚੁਏਸ਼ਨ ਤਾਂ ਨਹੀਂ ਰਹਿਣ ਵਾਲੀ, ਹੈ ਨਾ, ਕਦੀ ਨਾ ਕਦੀ ਤਾਂ ਇਹ ਚੇਂਜ ਵੀ ਹੋਏਗੀ। ਤਾਂ ਇਸ ਲਈ ਉਹਨਾਂ ਨੇ ਬੋਲਿਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਪਾਰਲੀਮੈਂਟ ਹੋਏਗੀ, ਆਉਣ ਵਾਲੀਆਂ ਸਰਕਾਰਾਂ ਹੋਣਗੀਆਂ, ਅਸੀਂ ਉਹਨਾਂ ਦੇ ਉੱਪਰ ਇਹ ਚੀਜ਼ ਰੱਖ ਰਹੇ ਹਾਂ ਕਿ ਉਹ ਆ ਕੇ ਤੁਹਾਡੇ ਲਈ ਇਹ ਵਾਲੇ ਜਿਹੜੇ ਸਾਰੇ ਦੇ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਬਣਾ ਸਕਦੇ ਨੇ, ਠੀਕ ਹੈ। ਤਾਂ ਫਿਰ ਹੁਣ ਅਸੀਂ ਦੇਖਾਂਗੇ ਇੱਥੇ ਫਿਰ ਆਰਟੀਕਲ 5 ਤੋਂ ਲੈ ਕੇ 11 ਤੱਕ ਸਾਡੇ ਬਾਰੇ ਕਿੱਦਾਂ ਗੱਲ ਕਰਦਾ ਆ ਸਿਟੀਜ਼ਨਸ਼ਿਪ ਦੇ ਬਾਰੇ ਵਿੱਚ, ਠੀਕ ਹੈ। ਤਾਂ ਇਹਦੇ ਵਿੱਚ ਨਾ ਕੁਝ ਡੇਟਸ ਹੈ ਜੋ ਕਿ ਇੰਪੋਰਟੈਂਟ ਰਹਿਣਗੀਆਂ। ਸਭ ਤੋਂ ਪਹਿਲੀ ਡੇਟ ਤੁਹਾਨੂੰ ਯਾਦ ਰਹਿਣੀ ਚਾਹੀਦੀ ਹੈ 26 ਜਨਵਰੀ 1950, ਹੈ ਨਾ। ਤੁਹਾਨੂੰ ਪਤਾ ਹੀ ਹੈ ਕਿ ਇਸ ਦਿਨ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ, ਹੈ ਨਾ। ਕਮੈਂਸਮੈਂਟ ਆਫ ਦਾ ਕਨਸਟੀਟਿਊਸ਼ਨ ਦੀ ਡੇਟ ਹੈ ਇਹ, ਹੈ ਨਾ। ਉਸ ਟਾਈਮ ਦੇ ਉੱਪਰ ਕਿਹਾ ਗਿਆ ਕਿ ਅੱਜ ਦੀ ਡੇਟ ਦੇ ਵਿੱਚ ਸਿਟੀਜ਼ਨਸ਼ਿਪ ਦੇ ਲਈ ਅਸੀਂ ਇੱਕ 4 ਕੈਟੇਗਰੀਜ਼ ਦੇ ਵਿੱਚ ਲੋਕਾਂ ਨੂੰ ਡਿਵਾਈਡ ਕਰ ਦਾਂਗੇ, ਠੀਕ ਹੈ। ਇਹ 4 ਕੈਟੇਗਰੀਜ਼ ਤੁਸੀਂ ਸਮਝ ਲਿਆ ਤਾਂ ਤੁਹਾਨੂੰ 5 ਤੋਂ ਲੈ ਕੇ 11 ਤੱਕ ਦੇ ਆਰਟੀਕਲ ਨੂੰ ਸਮਝਣਾ ਬਹੁਤ ਜ਼ਿਆਦਾ ਈਜ਼ੀ ਹੋ ਜਾਏਗਾ, ਠੀਕ ਹੈ। ਪਹਿਲੀ ਕੈਟੇਗਰੀ ਹੈ ਉਹ ਵਾਲੇ ਲੋਕ ਜਿਹੜੇ ਕਿ ਇੰਡੀਆ ਦੇ ਵਿੱਚ ਹੀ ਪੈਦਾ ਹੋਏ ਹੈ ਔਰ ਉਹਨਾਂ ਦੇ ਕੋਲੋਂ ਇੰਡੀਆ ਦੇ ਵਿੱਚ ਪੈਦਾ ਹੋਣ ਦਾ ਸਬੂਤ ਹੈਗਾ, ਸਰਟੀਫਿਕੇਟ ਹੈਗਾ, ਠੀਕ ਹੈ। ਦੂਸਰੇ ਉਹ ਵਾਲੇ ਲੋਕ ਹੈ ਜਿਹੜੇ ਕਿ ਪੈਦਾ ਨਹੀਂ ਹੋਏ ਇੰਡੀਆ ਦੇ ਵਿੱਚ ਤੇ ਇਹ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਆਏ ਔਰ ਇੱਥੇ ਆ ਕੇ ਵਸ ਗਏ, ਠੀਕ ਹੈ। ਤੀਸਰੇ ਉਹ ਵਾਲੇ ਪਰਸਨ ਹੈ ਜਿਹੜੇ ਕਿ ਇੰਡੀਆ ਦੇ ਵਿੱਚ ਪੈਦਾ ਹੋਏ ਸੀ ਪਰ ਉਹ ਚਲੇ ਗਏ ਪਾਕਿਸਤਾਨ, ਪਾਕਿਸਤਾਨ ਦੇ ਵਿੱਚ ਉਹਨਾਂ ਦਾ ਦਿਲ ਲੱਗਿਆ ਨਹੀਂ ਔਰ ਉਹ ਵਾਪਸ ਇੰਡੀਆ ਦੇ ਵਿੱਚ ਆ ਗਏ, ਠੀਕ ਹੈ। 3 ਹੋ ਗਏ। ਚੌਥੇ ਨੰਬਰ ਦੇ ਉੱਪਰ ਉਹ ਵਾਲੇ ਪਰਸਨ ਹੋਣਗੇ ਜਿਹੜੇ ਕਿ ਰਹਿੰਦੇ ਤਾਂ ਫੋਰਨ ਕੰਟਰੀਜ਼ ਦੇ ਵਿੱਚ ਹੈਗੇ ਨੇ ਪਰ ਉਹ PIO ਹੈਗੇ ਆ, ਯਾਨੀ ਕਿ ਪਰਸਨ ਆਫ ਇੰਡੀਅਨ origin ਹੈਗੇ ਨੇ, ਠੀਕ ਹੈ। ਇਹਨਾਂ ਸਾਰਿਆਂ ਨੂੰ ਅਸੀਂ ਬਾਅਦ ਦੇ ਵਿੱਚ ਡਿਟੇਲ ਦੇ ਵਿੱਚ ਵੀ ਡਿਸਕਸ ਕਰਨਾ ਹੈ। ਫਿਲਹਾਲ ਤੁਹਾਨੂੰ ਇੱਕ ਕੱਚਾ ਪਤਾ ਹੋਣਾ ਚਾਹੀਦਾ ਹੈ ਕਿ 4 ਕੈਟੇਗਰੀਜ਼ ਕਿਹੜੀਆਂ ਹੈਗੀਆਂ ਆ, ਠੀਕ ਹੈ। ਕਿਉਂਕਿ ਇਹਨਾਂ ਸਾਰੀਆਂ ਕੈਟੇਗਰੀਜ਼ ਦੇ ਬਾਰੇ ਦੇ ਵਿੱਚ ਹੀ ਆਰਟੀਕਲ 5 ਤੋਂ ਲੈ ਕੇ 11 ਦੇ ਵਿੱਚ ਤੁਹਾਨੂੰ ਮੈਂਸ਼ਨਡ ਮਿਲੇਗਾ। ਕਿਹੜੇ ਹੋਗੇ? ਪਹਿਲਾ, ਇੰਡੀਆ ਦਾ ਡੋਮਿਸਾਈਲ ਹੋਣਾ ਚਾਹੀਦਾ ਹੈ, ਇੰਡੀਆ ਵਿੱਚ ਤੁਹਾਡਾ ਜਨਮ ਹੋਇਆ ਜਾਣਾ ਚਾਹੀਦਾ ਆ, ਇਹਨੂੰ ਅਸੀਂ ਡਿਟੇਲ ਦੇ ਵਿੱਚ ਵੀ ਦੇਖਦੇ ਹਾਂ। ਦੂਸਰਾ, ਜਿਹੜੇ ਕਿ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਆਏ ਹੈ। ਤੀਸਰੇ, ਜਿਹੜੇ ਇੰਡੀਆ ਤੋਂ ਪਹਿਲਾਂ ਪਾਕਿਸਤਾਨ ਗਏ ਤੇ ਬਾਅਦ ਦੇ ਵਿੱਚ ਦੁਬਾਰਾ ਤੋਂ ਇਹ ਇੰਡੀਆ ਦੇ ਵਿੱਚ ਆ ਗਏ, ਠੀਕ ਹੈ। ਔਰ ਚੌਥਾ ਕਿਹੜਾ ਹੈ? ਚੌਥਾ ਹੈਗਾ ਆ ਕਿ ਜਿਹੜੇ ਕਿ ਪਰਸਨ ਆਫ ਇੰਡੀਅਨ origin ਹੈਗੇ ਨੇ, ਠੀਕ ਹੈ। ਓਕੇ, ਤਾਂ ਹੁਣ ਅਸੀਂ ਇਹਨਾਂ ਸਾਰਿਆਂ ਨੂੰ 1 by 1 ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਆਰਟੀਕਲ 5 ਦੇ ਬਾਰੇ ਦੇ ਵਿੱਚ, ਠੀਕ ਹੈ। ਆਰਟੀਕਲ 5 ਦੇ ਵਿੱਚ ਇੱਕ ਵਰਡ ਯਾਦ ਰੱਖੋਗੇ, ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਦੈਟ ਇਜ਼ ਡੋਮਿਸਾਈਲ, ਓਕੇ। ਡੋਮਿਸਾਈਲ ਦਾ ਮਤਲਬ ਕੀ ਹੁੰਦਾ ਆ? ਉਹ ਵਾਲੀ ਜਗ੍ਹਾ ਜਿੱਥੇ ਦੇ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੈਗੇ ਹੋ, ਤੁਹਾਨੂੰ ਪਤਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਇੱਥੇ ਹੀ ਨਿਕਾਲਣੀ ਹੈ, ਠੀਕ ਹੈ, ਤਾਂ ਉਹ ਤੁਹਾਡਾ ਡੋਮਿਸਾਈਲ ਹੋ ਜਾਏਗਾ। ਐਗਜ਼ਾਮਪਲ ਲੈਂਦੇ ਆ, ਜਿੱਦਾਂ ਕਿ ਪੰਜਾਬ ਦੇ ਵਿੱਚ ਅਸੀਂ ਦੇਖਿਆ ਕਿ ਕਾਫੀ ਸਾਰੇ ਲੋਕ ਯੂਪੀ ਤੋਂ ਆਉਂਦੇ ਹੈਗੇ ਆ ਲੇਬਰ ਕਰਨ ਦੇ ਲਈ, ਹੈ ਨਾ, ਬਟ ਅਲਟੀਮੇਟਲੀ ਇਹਨਾਂ ਨੇ ਵਾਪਸ ਕਿੱਥੇ ਜਾਣਾ ਹੁੰਦਾ ਆ? ਇਹਨਾਂ ਨੂੰ ਪਤਾ ਹੈ ਕਿ ਅਸੀਂ 5-10 ਸਾਲ ਇੱਥੇ ਕੰਮ ਕਰਾਂਗੇ, ਕਮਾਵਾਂਗੇ ਔਰ ਬਾਅਦ ਦੇ ਵਿੱਚ ਅਸੀਂ ਯੂਪੀ ਹੀ ਵਾਪਸ ਚਲੇ ਜਾਵਾਂਗੇ। ਤਾਂ ਇਸ ਦਾ ਮਤਲਬ ਜਿਹੜਾ ਪੰਜਾਬ ਹੈ ਨਾ, ਇਹ ਇਹਨਾਂ ਦਾ ਡੋਮਿਸਾਈਲ ਨਹੀਂ ਹੋਇਆ, ਡੋਮਿਸਾਈਲ ਇਹਨਾਂ ਦਾ ਯੂਪੀ ਹੀ ਹੋਇਆ, ਠੀਕ ਹੈ। ਮੰਨ ਲਓ ਤੁਸੀਂ ਕਿਸੇ ਮਲਟੀਨੈਸ਼ਨਲ ਕੰਪਨੀ ਵਿੱਚ ਜੌਬ ਕਰਦੇ ਹੋ, ਇਹ ਸੈਕਿੰਡ ਐਗਜ਼ਾਮਪਲ ਹੈ, ਔਰ ਤੁਹਾਡੀ 5 ਸਾਲਾਂ ਦੇ ਲਈ ਟ੍ਰਾਂਸਫਰ ਹੋ ਗਈ ਹੈਗੀ ਹੈ ਅਮਰੀਕਾ ਦੇ ਵਿੱਚ, ਠੀਕ ਹੈ। ਤਾਂ ਕੀ ਤੁਸੀਂ ਅਮਰੀਕਾ ਦੇ ਡੋਮਿਸਾਈਲ ਹੋ ਗਏ? ਨਹੀਂ, ਕਿਉਂਕਿ ਤੁਹਾਨੂੰ ਪਤਾ ਹੈ ਕਿ 5 ਸਾਲ ਤੋਂ ਬਾਅਦ ਤੁਹਾਨੂੰ ਇੰਡੀਆ ਵਾਪਸ ਆਣਾ ਹੀ ਪਏਗਾ। ਤਾਂ ਇਸ ਦਾ ਮਤਲਬ ਇੰਡੀਆ ਤੁਹਾਡਾ ਡੋਮਿਸਾਈਲ ਹੋ ਗਿਆ, ਓਕੇ। ਯਾਨੀ ਕਿ ਪਰਮਾਨੈਂਟ ਜਿਹੜੀ ਜਗ੍ਹਾ ਤੇ ਤੁਸੀਂ ਰਹਿੰਦੇ ਹੋ ਉਸ ਨੂੰ ਬੋਲਿਆ ਜਾਂਦਾ ਹੈ ਡੋਮਿਸਾਈਲ, ਓਕੇ। ਤਾਂ ਸਾਡੇ ਆਰਟੀਕਲ 5 ਦੇ ਵਿੱਚ ਬੋਲਿਆ ਗਿਆ ਕਿ ਅਗਰ ਤੁਸੀਂ ਇੰਡੀਆ ਦੇ ਡੋਮਿਸਾਈਲ ਹੈਗੇ ਹੋ ਤਾਂ ਤੁਹਾਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਮਿਲ ਸਕਦੀ ਹੈ, ਬਿਲਕੁਲ। ਪਰ ਇਸ ਦੇ ਨਾਲ 3 ਕੰਡੀਸ਼ਨਸ ਵੀ ਰੱਖੀਆਂ ਗਈਆਂ, ਠੀਕ ਹੈ। ਅਗਰ ਤੁਸੀਂ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਇੱਕ ਕੰਡੀਸ਼ਨ ਵੀ ਕਰ ਦਿੰਦੇ ਹੋ ਨਾ ਫੁੱਲਫਿਲ, ਤਿੰਨੋਂ ਕਰਨੀਆਂ ਜ਼ਰੂਰੀ ਨਹੀਂ ਹੈ, ਇੱਕ ਵੀ ਕਰ ਦਿੰਦੇ ਹੋ ਤਾਂ ਵੀ ਤੁਹਾਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਮਿਲ ਜਾਏਗੀ। ਇਹ ਕਿਹੜੀਆਂ? ਪਹਿਲੀ ਚੀਜ਼ ਕਿ ਜਿਹੜਾ ਤੁਹਾਡਾ ਜਨਮ ਹੈਗਾ ਆ ਉਹ ਇੰਡੀਆ ਦੇ ਵਿੱਚ ਹੋਇਆ ਹੋਵੇ, ਨਹੀਂ ਹੋਇਆ ਕੋਈ ਪ੍ਰੋਬਲਮ ਨਹੀਂ। ਤੁਹਾਡੇ ਪੇਰੈਂਟਸ ਯਾਨੀ ਕਿ ਤੁਹਾਡੇ ਮੰਮਾ ਜਾਂ ਫਿਰ ਤੁਹਾਡੇ ਪਾਪਾ, ਇਹਨਾਂ ਦੇ ਵਿੱਚੋਂ ਕਿਸੇ ਦਾ ਵੀ ਜਿਹੜਾ ਬਰਥ ਹੈ ਉਹ ਕਿੱਥੇ ਹੋਇਆ ਹੋਏ? ਇੰਡੀਆ ਦੇ ਵਿੱਚ। ਤੀਸਰੀ ਕੰਡੀਸ਼ਨ ਕੀ ਹੈ? ਤੀਸਰੀ ਕੰਡੀਸ਼ਨ ਇਹ ਹੈ ਕਿ ਜਦੋਂ ਸਾਡਾ ਕਨਸਟੀਟਿਊਸ਼ਨ ਦੀ ਕਮੈਂਸਮੈਂਟ ਹੋਈ, ਯਾਨੀ ਕਿ 26 ਜਨਵਰੀ 1950 ਵਾਲੀ ਹੀ ਡੇਟ, ਉਸ ਤੋਂ 5 ਸਾਲ ਪਹਿਲਾਂ ਮਤਲਬ 1945 ਤੋਂ ਐਟਲੀਸਟ ਤੁਸੀਂ ਇੰਡੀਆ ਦੇ ਵਿੱਚ ਹੀ ਰਹਿੰਦੇ ਪਏ ਹੋ। ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਚੀਜ਼ ਤੁਸੀਂ ਪੂਰੀ ਕਰ ਰਹੇ ਹੋ ਪਲੱਸ ਤੁਹਾਡੇ ਕੋਲੋਂ ਇੰਡੀਆ ਦਾ ਡੋਮਿਸਾਈਲ ਹੈਗਾ ਤਾਂ ਤੁਹਾਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਮਿਲ ਜਾਏਗੀ, ਓਕੇ। ਇਹ ਬੋਲਿਆ ਗਿਆ ਸਾਡੇ ਆਰਟੀਕਲ 5 ਦੇ ਵਿੱਚ।
ਹੁਣ ਗੱਲ ਕਰਦੇ ਹਾਂ ਆਰਟੀਕਲ 6 ਦੀ। ਆਰਟੀਕਲ 6 ਦੇ ਵਿੱਚ ਅਸੀਂ ਕੀ ਬੋਲਿਆ ਸੀਗਾ ਕਿ ਦੂਸਰੇ ਪ੍ਰਕਾਰ ਦੇ ਉਹ ਲੋਕ ਹੋਣਗੇ ਜਿਹੜੇ ਕਿ ਇੰਡੀਆ ਦੇ ਵਿੱਚ ਆਏ ਆ ਕਿੱਥੋਂ ਦੀ, ਪਾਕਿਸਤਾਨ ਤੋਂ। ਤੁਹਾਨੂੰ ਪਤਾ ਹੈ ਕਿ ਜਦੋਂ 1947 ਦੇ ਵਿੱਚ ਸਾਡਾ ਦੇਸ਼ ਆਜ਼ਾਦ ਹੋਇਆ ਉਦੋਂ ਇਹ ਚੀਜ਼ ਬਹੁਤ ਹੋਈ ਸੀ, ਹੈ ਨਾ, ਕਿ ਇੰਡੀਆ ਤੋਂ ਪਾਕਿਸਤਾਨ ਕਾਫੀ ਲੋਕ ਗਏ ਸੀ ਔਰ ਪਾਕਿਸਤਾਨ ਤੋਂ ਇੰਡੀਆ ਵੀ ਕਾਫੀ ਲੋਕ ਆਏ ਸੀ, ਹੈ ਨਾ। ਤੇ ਆਰਟੀਕਲ 6 ਸਪੈਸੀਫਿਕਲੀ ਗੱਲ ਕਰਦਾ ਹੈ ਪਾਕਿਸਤਾਨ ਦੇ ਬਾਰੇ ਦੇ ਵਿੱਚ, ਬਾਕੀ ਸਾਰੀਆਂ ਫੋਰਨ ਕੰਟਰੀਜ਼ ਦੇ ਬਾਰੇ ਵਿੱਚ ਇੱਥੇ ਗੱਲ ਨਹੀਂ ਹੋ ਰਹੀ, ਠੀਕ ਹੈ। ਇੱਥੇ ਗੱਲ ਕੀਤੀ ਗਈ ਹੈ ਕਿ ਜਦੋਂ ਇੰਡੀਆ ਦੇ ਵਿੱਚ ਪਾਕਿਸਤਾਨ ਤੋਂ ਲੋਕ ਇੱਧਰ ਐਂਟਰ ਕਰ ਰਹੇ ਆ, ਇੱਥੇ ਸ਼ਿਫਟ ਹੋ ਰਹੇ ਆ, ਉਹਨਾਂ ਨੂੰ ਅਸੀਂ ਕਿਹੜੀ ਕੈਟਾਗਰੀ ਦੇ ਵਿੱਚ ਰੱਖਿਆ ਆ, 6 ਆਰਟੀਕਲ ਦੇ ਵਿੱਚ, ਠੀਕ ਹੈ। ਉਹਨਾਂ ਨੇ ਮਾਈਗ੍ਰੇਟ ਕੀਤਾ ਤਾਂ ਉਹਨਾਂ ਨੂੰ ਵੀ ਇੰਡੀਆ ਦੀ ਸਿਟੀਜ਼ਨਸ਼ਿਪ ਮਿਲ ਸਕਦੀ ਹੈ, ਓਕੇ। ਪਰ ਇਹਦੇ ਲਈ ਵੀ ਤੁਹਾਨੂੰ ਕੁਝ ਕੰਡੀਸ਼ਨਸ ਹੈ ਜਿਹੜੀਆਂ ਕਿ ਫੁੱਲਫਿਲ ਕਰਨੀਆਂ ਪੈਣਗੀਆਂ, ਓਕੇ। ਇਹਦੇ ਵਿੱਚ ਤੁਹਾਨੂੰ 2 ਕੰਡੀਸ਼ਨਸ ਰੱਖੀਆਂ ਗਈਆਂ, ਕਿਹੜੀਆਂ? ਇਹਨਾਂ ਨੇ ਬੋਲਿਆ ਕਿ 19 ਜੁਲਾਈ 1948 ਤੋਂ ਪਹਿਲਾਂ ਵਾਲੇ ਲੋਕ ਜਿਹੜੇ ਇੰਡੀਆ ਦੇ ਵਿੱਚ ਆ ਗਏ ਪਾਕਿਸਤਾਨ ਤੋਂ, ਜਾਂ ਫਿਰ 19 ਜੁਲਾਈ 1948 ਤੋਂ ਬਾਅਦ ਜਿਹੜੇ ਇੰਡੀਆ ਦੇ ਵਿੱਚ ਆਏ ਆ, ਇਹਨਾਂ ਦੋਨਾਂ ਦੇ ਲਈ ਅਲੱਗ-ਅਲੱਗ ਰੂਲਸ ਹੋਣਗੇ, ਠੀਕ ਹੈ। ਯਾਨੀ ਕਿ ਪਾਕਿਸਤਾਨ ਤੋਂ ਇੰਡੀਆ ਵਿੱਚ ਆਉਣ ਵਾਲੇ ਲੋਕਾਂ ਨੂੰ ਅਸੀਂ 2 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ। ਹੁਣ ਤੁਹਾਡੇ ਦਿਮਾਗ ਵਿੱਚ ਆਏਗਾ ਮੈਮ 19 ਜੁਲਾਈ 1948 ਦਿਨ ਹੀ ਕਿਉਂ ਰੱਖਿਆ ਗਿਆ, ਇਹੋ ਜਿਹਾ ਕੀ ਖਾਸ ਹੈ ਇਸ ਦੇ ਵਿੱਚ? ਤਾਂ ਇਹ ਡੇਟ ਬਿਲਕੁਲ ਆਪਣੇ ਦਿਮਾਗ ਦੇ ਵਿੱਚ ਫਿਕਸ ਕਰ ਲੈਣਾ, ਕਿਉਂਕਿ ਇਹ ਉਹ ਵਾਲੀ ਡੇਟ ਹੈ ਜਦੋਂ ਇੰਡੀਆ ਦੇ ਵਿੱਚ ਨਾ ਪਰਮਿਟ ਸਿਸਟਮ ਸਟਾਰਟ ਕੀਤਾ ਗਿਆ ਸੀ, ਠੀਕ ਹੈ। ਯਾਨੀ ਕਿ ਇਸ ਡੇਟ ਤੋਂ ਬਾਅਦ ਅਗਰ ਤੁਸੀਂ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਸਪੈਸ਼ਲ ਪਰਮਿਟ ਲੈਣਾ ਪਏਗਾ, ਜਦੋਂ ਕਿ ਪਹਿਲਾਂ ਇੱਦਾਂ ਨਹੀਂ ਹੁੰਦਾ ਸੀਗਾ, ਠੀਕ ਹੈ, ਓਕੇ। ਤਾਂ ਇਹਨਾਂ ਨੇ ਬੋਲਿਆ ਕਿ ਅਗਰ ਤੁਸੀਂ 19 ਜੁਲਾਈ 1948 ਤੋਂ ਪਹਿਲਾਂ ਇੰਡੀਆ ਦੇ ਵਿੱਚ ਆ ਗਏ ਹੋ ਤਾਂ ਕੋਈ ਪ੍ਰੋਬਲਮ ਨਹੀਂ ਹੈ, ਤੁਹਾਨੂੰ ਨੋਰਮਲੀ ਇੱਥੇ ਦੀ ਸਿਟੀਜ਼ਨਸ਼ਿਪ ਮਿਲ ਜਾਏਗੀ, ਓਕੇ। ਪਰ ਸੈਕਿੰਡ, ਅਗਰ ਤੁਸੀਂ ਇਸ ਡੇਟ ਨੂੰ ਆਏ ਜਾਂ ਇਸ ਤੋਂ ਬਾਅਦ ਆ ਰਹੇ ਹੋ ਤਾਂ ਤੁਹਾਨੂੰ ਇੰਡੀਆ ਦੇ ਵਿੱਚ ਦਫ਼ਤਰ ਦੇ ਵਿੱਚ ਜਾ ਕੇ ਪ੍ਰੋਪਰ ਆਪਣੇ ਸਿਟੀਜ਼ਨਸ਼ਿਪ ਦੇ ਲਈ ਰਜਿਸਟ੍ਰੇਸ਼ਨ ਦੀ ਐਪਲੀਕੇਸ਼ਨ ਦੇਣੀ ਪਏਗੀ, ਠੀਕ ਹੈ। ਤਾਂ ਤੁਸੀਂ ਅੱਜ ਹੀ ਮੰਨ ਲਓ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਆਏ ਔਰ ਜਾਂਦਿਆਂ ਸਿੱਧਾ ਹੀ ਦਫ਼ਤਰ ਦੇ ਵਿੱਚ ਜਾ ਵੱਜੇ, ਠੀਕ ਹੈ, ਔਰ ਉੱਥੇ ਤੁਸੀਂ ਬੋਲਿਆ ਸਾਡੀ ਤਾਂ ਜੀ ਰਜਿਸਟ੍ਰੇਸ਼ਨ ਕਰ ਲਓ, ਤਾਂ ਕਿ ਇੱਦਾਂ ਹੋ ਜਾਏਗਾ? ਨਹੀਂ, ਇਹਦੇ ਲਈ ਘੱਟੋ ਘੱਟ ਤੁਹਾਨੂੰ ਰਜਿਸਟ੍ਰੇਸ਼ਨ ਕਰਵਾਉਣ ਦੀ ਡੇਟ ਤੋਂ ਪਹਿਲਾਂ ਨਾ 6 ਮਹੀਨੇ ਘੱਟੋ ਘੱਟ ਇੰਡੀਆ ਦੇ ਵਿੱਚ ਹੀ ਟਿਕਣਾ ਪਏਗਾ, ਠੀਕ ਹੈ। ਅਗਰ ਤੁਸੀਂ ਟਿਕ ਗਏ 6 ਮਹੀਨੇ ਐਟਲੀਸਟ ਤੁਸੀਂ ਇੱਥੇ ਰਹਿ ਲਏ ਤਾਂ ਤੁਹਾਨੂੰ ਸਿਟੀਜ਼ਨਸ਼ਿਪ ਮਿਲ ਜਾਏਗੀ, ਠੀਕ ਹੈ, ਓਕੇ। ਇਸ ਤੋਂ ਬਾਅਦ ਹੁਣ ਤੀਸਰੀ ਕੈਟਾਗਰੀ ਦੀ ਗੱਲ ਕਰ ਰਹੇ ਹਾਂ ਜੋ ਕਿ ਤੁਹਾਨੂੰ ਆਰਟੀਕਲ 7 ਦੇ ਵਿੱਚ ਦੇਖਣ ਨੂੰ ਮਿਲੇਗੀ, ਠੀਕ ਹੈ। ਆਰਟੀਕਲ 7 ਦੇ ਵਿੱਚ ਗੱਲ ਕੀਤੀ ਗਈ ਹੈ ਕਿ ਪਹਿਲਾਂ ਤੁਸੀਂ ਪਾਕਿਸਤਾਨ ਦੇ ਵਿੱਚ ਚਲੇ ਗਏ ਹੈਗੇ, ਤੁਸੀਂ ਇੰਡੀਆ ਦੇ ਸੀ ਪਰ ਤੁਸੀਂ ਪਾਕਿਸਤਾਨ ਚਲੇ ਗਏ, ਉੱਥੇ ਤੁਹਾਡਾ ਦਿਲ ਲੱਗਿਆ ਨਹੀਂ ਜਾਂ ਫਿਰ ਕੋਈ ਵੀ ਹੋਰ ਰੀਜ਼ਨ ਹੋਇਆ, ਤੁਸੀਂ ਇੰਡੀਆ ਦੇ ਵਿੱਚ ਵਾਪਿਸ ਆ ਗਏ, ਠੀਕ ਹੈ, ਰਿਟਰਨਡ ਟੂ ਇੰਡੀਆ, ਉਹਨਾਂ ਦੇ ਲਈ ਵੀ ਤੁਹਾਨੂੰ ਇੱਥੇ ਸਿਟੀਜ਼ਨਸ਼ਿਪ ਮਿਲ ਜਾਏਗੀ, ਕੋਈ ਪ੍ਰੋਬਲਮ ਨਹੀਂ ਹੈ। ਤੇ ਉਸ ਦੇ ਬਾਰੇ ਦੇ ਵਿੱਚ ਸਾਡੇ ਆਰਟੀਕਲ 7 ਦੇ ਵਿੱਚ ਗੱਲ ਹੋ ਰਹੀ ਹੈ, ਠੀਕ ਹੈ। ਪਰ ਇੱਥੇ ਫਿਰ ਕੰਡੀਸ਼ਨਸ ਹੈਗੀਆਂ ਆ, ਓਬਵੀਅਸਲੀ ਬਿਨਾਂ ਕੰਡੀਸ਼ਨ ਤੋਂ ਕੁਝ ਵੀ ਨਹੀਂ ਚੱਲਣਾ, ਓਕੇ। ਇਹਦੇ ਵਿੱਚ ਉਹਨਾਂ ਨੇ ਕੀ ਬੋਲਿਆ, ਇਹਨਾਂ ਨੇ ਕਿਹਾ ਕਿ 1 ਮਾਰਚ 1947 ਤੋਂ ਬਾਅਦ ਅਗਰ ਤੁਸੀਂ ਇੰਡੀਆ ਤੋਂ ਪਾਕਿਸਤਾਨ ਮੂਵ ਕਰ ਗਏ, ਠੀਕ ਹੈ, ਤੇ ਕਿਸੇ ਕਾਰਨ ਕਰਕੇ ਇੰਡੀਆ ਦੇ ਵਿੱਚ ਵਾਪਸ ਆ ਗਏ ਤਾਂ ਫਿਰ ਤੁਹਾਨੂੰ ਇੰਡੀਆ ਦੇ ਵਿੱਚ ਕੀ ਕਰਵਾਉਣੀ ਪਏਗੀ, ਰਜਿਸਟ੍ਰੇਸ਼ਨ ਕਰਵਾਉਣੀ ਪਏਗੀ, ਠੀਕ ਹੈ। ਇਹਦੇ ਲਈ ਵੀ ਸੇਮ ਉਹੀ ਕੰਡੀਸ਼ਨ ਜੋ ਆਰਟੀਕਲ 6 ਦੇ ਵਿੱਚ ਬੋਲੀ ਗਈ ਸੀ। ਕਿਹੜੀ ਕੰਡੀਸ਼ਨ ਹੈ ਕਿ ਤੁਹਾਨੂੰ ਰਜਿਸਟ੍ਰੇਸ਼ਨ ਕਰਵਾਉਣ ਤੋਂ ਪਹਿਲਾਂ 6 ਮਹੀਨੇ ਘੱਟੋ ਘੱਟ ਇੰਡੀਆ ਦੇ ਵਿੱਚ ਰਹਿਣਾ ਪਏਗਾ, ਕਿਉਂਕਿ ਉਹਨਾਂ ਨੂੰ ਕੀ ਪਤਾ ਤੁਸੀਂ ਪਹਿਲਾਂ ਕਹਿਤਾ ਸਾਡਾ ਪਾਕਿਸਤਾਨ 'ਚ ਦਿਲ ਨਹੀਂ ਲੱਗਿਆ, ਤੁਸੀਂ ਇੰਡੀਆ ਆ ਗਏ, ਫਿਰ ਤੁਸੀਂ ਕਹੋਗੇ ਨਾ ਜੀ ਨਾ, ਹੁਣ ਸਾਡਾ ਇੰਡੀਆ ਵਿੱਚ ਵੀ ਦਿਲ ਨਹੀਂ ਲੱਗਿਆ, ਸਿਟੀਜ਼ਨਸ਼ਿਪ ਗਈ ਪਾਰਟ 'ਚ, ਤੁਸੀਂ ਜੋ ਦਿੱਤਾ ਸੀ ਸਾਨੂੰ ਨਹੀਂ ਚਾਹੀਦਾ, ਅਸੀਂ ਵਾਪਸ ਪਾਕਿਸਤਾਨ ਜਾ ਰਹੇ ਹਾਂ, ਠੀਕ ਹੈ। ਤਾਂ ਇੱਦਾਂ ਇਹਦਾ ਖੇਡ ਹੀ ਚੱਲਦਾ ਰਹੇਗਾ। ਇਸ ਲਈ ਉਹਨਾਂ ਨੇ ਬੋਲਿਆ ਕਿ ਘੱਟੋ ਘੱਟ ਤੁਹਾਨੂੰ 6 ਮਹੀਨੇ ਇੱਥੇ ਰਹਿਣਾ ਪਏਗਾ ਔਰ ਦੇਖਣਾ ਪਏਗਾ ਕਿ ਤੁਸੀਂ ਇੱਥੇ 100% ਰਹਿਣ ਵਾਲੇ ਹੋ, ਸਮਝ ਗਏ। ਤਾਂ ਇਹ ਸਾਰਾ ਕੁਝ ਸਾਨੂੰ ਮਿਲੇਗਾ ਆਰਟੀਕਲ 7 ਦੇ ਵਿੱਚ, ਰਾਈਟ। ਇਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਆਰਟੀਕਲ 8 ਦੀ। ਤਾਂ ਹੁਣ ਤੁਸੀਂ ਇੱਕ ਚੀਜ਼ ਹੋਰ ਯਾਦ ਰੱਖ ਲੈਣਾ, ਜਦੋਂ ਤੁਸੀਂ ਆਰਟੀਕਲ 5 ਦੀ ਗੱਲ ਕੀਤੀ ਅਸੀਂ ਬੋਲਿਆ ਕਿ ਡੋਮਿਸਾਈਲ ਦੇ ਨਾਲ ਤੁਹਾਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਮਿਲ ਗਈ, ਹੈ ਨਾ। 6 ਦੇ ਵਿੱਚ ਅਸੀਂ ਬੋਲਿਆ ਕਿ ਅਗਰ ਤੁਸੀਂ ਪਾਕਿਸਤਾਨ ਤੋਂ ਆਏ ਹੋ ਤੇ ਰਜਿਸਟ੍ਰੇਸ਼ਨ ਦੇ ਨਾਲ ਤੁਸੀਂ ਇੰਡੀਆ ਦੇ ਸਿਟੀਜ਼ਨ ਬਣ ਸਕਦੇ ਹੋ, ਹੈ ਨਾ। ਪਰ ਜਦੋਂ ਤੁਸੀਂ ਆਰਟੀਕਲ 7 ਦੀ ਗੱਲ ਕਰੋਗੇ ਨਾ ਤਾਂ ਆਰਟੀਕਲ 7 ਜ਼ਿਆਦਾ ਪਾਵਰਫੁਲ ਹੈਗਾ 5 ਔਰ 6 ਨਾਲੋਂ, ਠੀਕ ਹੈ। ਅਗਰ ਤੁਸੀਂ 5 ਔਰ 6 ਦੇ ਤਰੀਕੇ ਦੇ ਨਾਲ ਦੇਖਿਆ ਜਾਏ ਇੰਡੀਆ ਦੇ ਸਿਟੀਜ਼ਨ ਬਣ ਰਹੇ ਹੋ, ਪਰ ਜੇ ਆਰਟੀਕਲ 7 ਕਹਿੰਦਾ ਹੈ ਕਿ ਨਹੀਂ ਤੁਸੀਂ ਇੰਡੀਆ ਦੇ ਸਿਟੀਜ਼ਨ ਨਹੀਂ ਹੋ ਤਾਂ 5 ਔਰ 6 ਦੀ ਨਹੀਂ ਮੰਨੀ ਜਾਏਗੀ, ਆਰਟੀਕਲ 7 ਦੀ ਮੰਨੀ ਜਾਏਗੀ। ਕਿੱਦਾਂ? ਦੇਖੋ, ਜਿੱਦਾਂ ਕਿ ਆਰਟੀਕਲ 7 ਦੇ ਵਿੱਚ ਬੋਲਿਆ ਕਿ ਤੁਸੀਂ ਨਾ ਪਾਕਿਸਤਾਨ ਤੋਂ ਮਾਈਗ੍ਰੇਟ ਕੀਤੇ, ਠੀਕ ਹੈ, ਮਤਲਬ ਇੰਡੀਆ ਤੋਂ ਪਾਕਿਸਤਾਨ ਚਲੇ ਗਏ ਔਰ ਵਾਪਸ ਆ ਗਏ। ਪਰ ਇੱਥੇ ਇੱਕ ਕੈਟਾਗਰੀ ਹੋਰ ਹੈ, ਇਹਨਾਂ ਨੇ ਕਿਹਾ ਕਿ ਮੰਨ ਲਓ ਤੁਸੀਂ ਵਾਪਸ ਆਏ ਹੀ ਨਹੀਂ, ਠੀਕ ਹੈ, ਤੁਸੀਂ ਪਾਕਿਸਤਾਨ ਦੇ ਵਿੱਚ ਹੀ ਰਹਿ ਗਏ, ਤਾਂ ਫਿਰ ਚਾਹੇ ਤੁਹਾਡੇ ਕੋਲੋਂ ਪਹਿਲਾਂ ਇੰਡੀਆ ਦੀ ਸਿਟੀਜ਼ਨਸ਼ਿਪ ਸੀ ਵੀ ਨਾ ਤਾਂ ਵੀ ਇਹ ਕੈਂਸਲ ਹੋ ਜਾਏਗੀ, ਤਾਂ ਵੀ ਤੁਸੀਂ ਇੰਡੀਆ ਦੇ ਸਿਟੀਜ਼ਨ ਨਹੀਂ ਰਹੋਗੇ, ਠੀਕ ਹੈ। ਜਦੋਂ ਤੁਸੀਂ 1 ਮਾਰਚ 1947 ਤੱਕ ਇਹਦੇ ਤੋਂ ਬਾਅਦ
ਇੰਡੀਆ ਤੋਂ ਪਾਕਿਸਤਾਨ ਗਏ ਸੀ। ਠੀਕ ਹੈ, ਓਕੇ। ਹੁਣ ਅਸੀਂ ਗੱਲ ਕਰਦੇ ਹਾਂ ਆਰਟੀਕਲ 8 ਦੀ। ਇਸ ਦੇ ਵਿੱਚ ਕੀ ਗੱਲ ਕੀਤੀ ਗਈ ਹੈ ਕਿ ਅਗਰ ਤੁਸੀਂ ਰਹਿੰਦੇ ਤਾਂ ਹੈਗੇ ਹੋ ਬਾਹਰ ਆਊਟਸਾਈਡ ਇੰਡੀਆ, ਪਰ ਇੱਥੇ ਹੁਣ ਅਸੀਂ ਪਾਕਿਸਤਾਨ ਦੀ ਗੱਲ ਨਹੀਂ ਕਰਾਂਗੇ ਆਰਟੀਕਲ 8 ਦੇ ਵਿੱਚ। ਇਹ ਚੀਜ਼ਾਂ ਗਲਿਚ ਲੈ ਕੇ ਆਉਂਦੀਆਂ, ਯਾਦ ਰੱਖਣਾ, ਠੀਕ ਹੈ। ਇਹ ਕੈਚ ਹੈ ਇੱਥੇ, ਕਿਉਂਕਿ ਅਸੀਂ ਪਾਕਿਸਤਾਨ ਦੇ ਬਾਰੇ ਦੇ ਵਿੱਚ ਪਹਿਲਾਂ ਹੀ ਆਰਟੀਕਲ 6 ਐਂਡ ਆਰਟੀਕਲ 7 ਦੇ ਵਿੱਚ ਗੱਲ ਕਰ ਚੁੱਕੇ ਹਾਂ। ਤਾਂ ਆਰਟੀਕਲ 8 ਦੇ ਵਿੱਚ ਫਿਰ ਫੋਰਨ ਕੰਟਰੀਜ਼ ਕਿਹੜੀਆਂ ਮੰਨੀਆਂ ਜਾਣਗੀਆਂ, ਐਕਸੈਪਟ ਪਾਕਿਸਤਾਨ। ਠੀਕ ਹੈ, ਪਾਕਿਸਤਾਨ ਤੋਂ ਬਿਨਾਂ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਰਹਿੰਦੇ ਹੋ ਔਰ ਤੁਸੀਂ ਇੰਡੀਅਨ origin ਹੈਗੇ ਹੋ, ਤਾਂ ਵੀ ਤੁਹਾਨੂੰ ਇੰਡੀਆ ਦੀ ਜਿਹੜੀ ਨਾਗਰਿਕਤਾ ਹੈ ਯਾਨੀ ਕਿ ਸਿਟੀਜ਼ਨਸ਼ਿਪ ਹੈ, ਇਹ ਬਿਲਕੁਲ ਮਿਲ ਸਕਦੀ ਹੈ, ਕੋਈ ਦਿੱਕਤ ਨਹੀਂ ਹੈ। ਬਟ ਇਹਦੇ ਲਈ ਵੀ ਕਿਹੜੀਆਂ ਕੰਡੀਸ਼ਨਸ ਹੈ ਜੋ ਕਿ ਤੁਹਾਨੂੰ ਫੋਲੋ ਕਰਨੀਆਂ ਪੈਣਗੀਆਂ। ਠੀਕ ਹੈ, ਪਹਿਲੀ ਕੰਡੀਸ਼ਨ ਇਹ ਹੈਗੀ ਹੈ ਕਿ ਤੁਹਾਡਾ ਬਰਥ, ਤੁਹਾਡੇ ਪੇਰੈਂਟਸ ਦਾ ਬਰਥ ਜਾਂ ਫਿਰ ਤੁਹਾਡੇ ਗ੍ਰੈਂਡ ਪੇਰੈਂਟਸ ਦਾ ਬਰਥ ਐਟਲੀਸਟ ਇੰਡੀਆ ਦੇ ਵਿੱਚ ਹੋਇਆ ਹੋਵੇ, ਬ੍ਰਿਟਿਸ਼ ਇੰਡੀਆ ਵਿੱਚ, ਯਾਨੀ ਕਿ ਅਨਡਿਵਾਈਡਡ ਇੰਡੀਆ ਦੇ ਵਿੱਚ ਹੋਇਆ ਹੋਵੇ। ਠੀਕ ਹੈ, ਤਾਂ ਵੀ ਤੁਹਾਨੂੰ ਸਿਟੀਜ਼ਨਸ਼ਿਪ ਮਿਲ ਜਾਏਗੀ। ਓਕੇ, ਪਰ ਉਸ ਦੇ ਨਾਲ ਨਾਲ ਤੁਹਾਨੂੰ ਇੱਕ ਕੰਮ ਹੋਰ ਕਰਨਾ ਪਏਗਾ, ਇੱਥੇ ਵੀ ਤੁਹਾਨੂੰ ਰਜਿਸਟ੍ਰੇਸ਼ਨ ਕਰਵਾਉਣੀ ਪਏਗੀ। ਤਾਂ ਕੀ ਤੁਹਾਨੂੰ ਰਜਿਸਟ੍ਰੇਸ਼ਨ ਕਰਵਾਉਣ ਦੇ ਵਾਸਤੇ ਆਰਟੀਕਲ 6 ਐਂਡ 7 ਦੀ ਤਰ੍ਹਾਂ ਇੰਡੀਆ ਦੇ ਵਿੱਚ ਆਉਣਾ ਪਏਗਾ? ਨਹੀਂ। ਇਸ ਦੇ ਲਈ ਬੜਾ ਸਿੰਪਲ ਪ੍ਰੋਸੈਸ ਹੈ ਕਿ ਇੰਡੀਆ ਦੇ ਡਿਪਲੋਮੈਟ ਜਾਂ ਫਿਰ ਰਿਪਰੈਜ਼ੈਂਟੇਟਿਵ ਉਸ ਕੰਟਰੀ ਦੇ ਵਿੱਚ ਬੈਠੇ ਹੋਣਗੇ ਨਾ ਜਿੱਥੇ ਤੁਸੀਂ ਰਹਿੰਦੇ ਹੋ ਆਊਟਸਾਈਡ ਇੰਡੀਆ, ਤਾਂ ਤੁਸੀਂ ਉਹਨਾਂ ਦੇ ਕੋਲੋਂ ਜਾਣਾ ਹੈ। ਉਸ ਆਫਿਸ ਦੇ ਵਿੱਚ ਜਾ ਕੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਦੀ ਐਪਲੀਕੇਸ਼ਨ ਦੇਣੀ ਹੈ ਪਰਮਿਸ਼ਨ ਦੇ ਲਈ। ਠੀਕ ਹੈ, ਕਿ ਤੁਸੀਂ ਇੰਡੀਆ ਦੀ ਸਿਟੀਜ਼ਨਸ਼ਿਪ ਐਕਵਾਇਰ ਕਰਨਾ ਚਾਹੁੰਦੇ ਹੋ, ਔਰ ਅਗਰ ਉਹਨਾਂ ਨੇ ਤੁਹਾਨੂੰ ਯੈਸ ਕਰ ਦਿੱਤੀ ਤਾਂ ਫਿਰ ਤੁਹਾਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਮਿਲ ਜਾਏਗੀ। ਸਮਝ ਗਏ? ਓਕੇ, ਇਹ ਹੋ ਗਿਆ ਸਾਡੇ ਆਰਟੀਕਲ 5, 6, 7 ਐਂਡ 8। ਹੁਣ ਗੱਲ ਕਰ ਲੈਂਦੇ ਹਾਂ ਆਰਟੀਕਲ 9 ਦੀ। ਤਾਂ ਆਰਟੀਕਲ 9 ਦੇ ਵਿੱਚ ਗੱਲ ਕੀਤੀ ਗਈ ਹੈ ਕਿ ਅਗਰ ਤੁਸੀਂ ਮੰਨ ਲਓ ਵੋਲੰਟਰੀਲੀ ਯਾਨੀ ਕਿ ਆਪਣੀ ਮਰਜ਼ੀ ਦੇ ਨਾਲ ਕਿਸੇ ਹੋਰ ਕੰਟਰੀ ਦੀ, ਕਿਸੇ ਫੋਰਨ ਕੰਟਰੀ ਦੀ ਸਿਟੀਜ਼ਨਸ਼ਿਪ ਲੈ ਲਈ, ਤਾਂ ਜਿਹੜੀ ਤੁਹਾਡੀ ਇੰਡੀਆ ਦੀ ਸਿਟੀਜ਼ਨਸ਼ਿਪ ਸੀ ਨਾ ਉਹਨੂੰ ਖਤਮ ਕਰ ਦਿੱਤਾ ਜਾਏਗਾ। ਠੀਕ ਹੈ, ਯਾਨੀ ਕਿ ਇੰਡੀਆ ਦੇ ਨਾਲ ਨਾਲ ਤੁਹਾਨੂੰ ਕਿਸੇ ਹੋਰ ਕੰਟਰੀ ਦੀ ਸਿਟੀਜ਼ਨਸ਼ਿਪ ਨਹੀਂ ਲੈਣ ਦਿੱਤੀ ਜਾਏਗੀ। ਓਕੇ, ਰਾਈਟ। ਇਸ ਤੋਂ ਬਾਅਦ ਗੱਲ ਕਰ ਲਿਆ ਆਰਟੀਕਲ 10 ਦੇ ਵਿੱਚ। ਆਰਟੀਕਲ 10 ਔਰ 11 ਬਹੁਤ ਹੀ ਜ਼ਿਆਦਾ ਸਿੰਪਲ ਹੈ ਔਰ ਆਲਮੋਸਟ ਸੇਮ ਵੀ ਹੈ। ਠੀਕ ਹੈ, ਦੇਖੋ ਆਰਟੀਕਲ 10 ਦੇ ਵਿੱਚ ਗੱਲ ਕੀਤੀ ਗਈ ਕਿ ਜਿੰਨੇ ਵੀ ਪ੍ਰੀਵੀਅਸ ਆਰਟੀਕਲ ਅਸੀਂ ਪੜ੍ਹੇ ਹੈ 5, 6, 7 ਐਂਡ 8 ਹੈ ਨਾ, ਉਹਨਾਂ ਦੇ ਨਾਲ ਜਿਹੜੀ ਸਿਟੀਜ਼ਨਸ਼ਿਪ ਮਿਲੀ ਇਹ ਬਿਲਕੁਲ ਕੰਟੀਨਿਊ ਰਹੇਗੀ। ਠੀਕ ਹੈ, ਕੋਈ ਪ੍ਰੋਬਲਮ ਨਹੀਂ ਹੈ, ਤੁਹਾਨੂੰ ਇੱਕ ਵਾਰੀ ਸਿਟੀਜ਼ਨਸ਼ਿਪ ਮਿਲ ਗਈ, ਤੁਸੀਂ ਇੰਡੀਆ ਦੇ ਸਿਟੀਜ਼ਨ ਰਹੋਗੇ। ਪਰ ਉਸ ਦੇ ਵਿੱਚ ਲਾਅ ਬਣਾਉਣਾ, ਸਿਟੀਜ਼ਨਸ਼ਿਪ ਦੇ ਰਿਲੇਟਿਡ ਲਾਅ ਬਣਾਉਣਾ, ਇਸ ਦੀ ਪਾਵਰ ਕਿਸ ਦੇ ਕੋਲ ਰਹੇਗੀ? ਪਾਰਲੀਮੈਂਟ ਕੋਲ। ਠੀਕ ਹੈ, ਪਹਿਲਾਂ ਤਾਂ ਤੁਹਾਨੂੰ 5 ਤੋਂ 11 ਆਰਟੀਕਲ ਦੇ ਵਿੱਚ ਸਿਟੀਜ਼ਨਸ਼ਿਪ ਐਕਟ ਮਿਲ ਰਿਹਾ ਹੈ ਨਾ, ਪਰ ਉਸ ਤੋਂ ਬਾਅਦ 1955 ਦਾ ਜਿਹੜਾ ਸਿਟੀਜ਼ਨਸ਼ਿਪ ਐਕਟ ਹੈਗਾ ਆ, ਇਹਦੀ ਪ੍ਰੋਵੀਜ਼ਨ ਕੌਣ ਕਰ ਸਕੇਗਾ? ਪਾਰਲੀਮੈਂਟ ਕਰੇਗੀ। ਠੀਕ ਹੈ, ਇਸ ਤੋਂ ਬਾਅਦ 11 ਦੇ ਵਿੱਚ ਗੱਲ ਕੀਤੀ ਗਈ ਹੈ ਕਿ ਪਾਰਲੀਮੈਂਟ ਸੁਪਰੀਮ ਪਾਵਰ ਹੋਏਗੀ। ਠੀਕ ਹੈ, ਜਿਸ ਦੇ ਵਿੱਚ ਜਿੰਨੇ ਵੀ 26 ਜਨਵਰੀ 1950 ਤੋਂ ਬਾਅਦ ਸਿਟੀਜ਼ਨਸ਼ਿਪ ਦੇ ਰੂਲਸ ਬਣਨਗੇ ਨਾ, ਉਹਨਾਂ ਨੂੰ ਚੇਂਜ ਕਰਨਾ ਜਾਂ ਫਿਰ ਨਵੇਂ ਰੂਲ ਬਣਾਉਣਾ, ਇਹ ਸਾਰਾ ਕੁਝ ਕਿਹਦੇ ਚ ਰਹੇਗਾ? ਪਾਰਲੀਮੈਂਟ ਦੇ ਕੋਲੋਂ। ਠੀਕ ਹੈ, 5 to 8 ਆਰਟੀਕਲ ਦੇ ਵਿੱਚ ਜਿਹੜੀਆਂ ਵੀ ਤੁਹਾਨੂੰ ਸਿਟੀਜ਼ਨਸ਼ਿਪ ਮਿਲੀਆਂ ਉਹਨਾਂ ਨੂੰ ਰਿਸਟ੍ਰਿਕਟ ਕਰਨਾ ਜਾਂ ਫਿਰ ਉਹਨਾਂ ਨੂੰ ਰਿਵੋਕ ਕਰਨਾ, ਖਤਮ ਕਰਨਾ, ਇਹ ਸਾਰਾ ਕੁਝ ਕਿਹਦੇ ਹੱਥ ਵਿੱਚ ਹੋਏਗਾ? ਪਾਰਲੀਮੈਂਟ ਦੇ। ਤਾਂ ਅਗਰ ਤੁਹਾਨੂੰ ਕੁਐਸਚਨ ਆਉਂਦਾ ਆ ਕਿ ਸਿਟੀਜ਼ਨਸ਼ਿਪ ਦੇ ਮਾਮਲੇ ਦੇ ਵਿੱਚ ਸੁਪਰੀਮ ਪਾਵਰ ਕਿਸ ਦੇ ਕੋਲ ਹੈ, ਤਾਂ ਤੁਸੀਂ ਯਾਦ ਰੱਖੋਗੇ ਇਟ ਇਜ਼ ਪਾਰਲੀਮੈਂਟ। ਓਕੇ, ਤਾਂ ਹੁਣ ਅਸੀਂ ਇੱਥੇ ਦੇਖ ਲਿਆ ਸਾਰਾ ਹੀ ਪਾਰਟ 2 ਹੈ ਨਾ। ਜਿਹੜਾ ਅਸੀਂ ਇਸੇ ਹੀ ਸੈਸ਼ਨ ਦੇ ਵਿੱਚ ਦੂਸਰਾ ਸੈਸ਼ਨ ਲੈ ਕੇ ਆਵਾਂਗੇ ਨਾ, ਉਦੋਂ ਅਸੀਂ ਗੱਲ ਕਰਾਂਗੇ ਸਾਡੇ ਸਿਟੀਜ਼ਨਸ਼ਿਪ ਐਕਟ 1955 ਦੀ। ਠੀਕ ਹੈ, ਕਿਉਂਕਿ ਉਸ ਤੋਂ ਬਿਨਾਂ ਸਿਟੀਜ਼ਨਸ਼ਿਪ ਦਾ ਕਨਸੈਪਟ ਬਿਲਕੁਲ ਵੀ ਅਧੂਰਾ ਹੈ। ਓਕੇ, ਨਾਲ ਦੇ ਨਾਲ ਅਸੀਂ ਇਹ ਵੀ ਗੱਲ ਕਰਾਂਗੇ ਕਿ ਜੋ ਸਾਡਾ ਲੇਟੈਸਟ ਸਿਟੀਜ਼ਨਸ਼ਿਪ ਅਮੈਂਡਮੈਂਟ ਆਈ ਹੈ ਨਾ, ਉਸ ਬਿੱਲ ਨੂੰ ਵੀ ਡਿਸਕਸ ਕਰ ਲਾਂਗੇ ਕਿਉਂਕਿ ਤੁਹਾਡੇ ਪੇਪਰ ਦੇ ਲਈ ਜ਼ਰੂਰੀ ਹੋਏਗਾ। ਠੀਕ ਹੈ, ਇਹ ਅਸੀਂ ਅਗਲੇ ਸੈਸ਼ਨ ਦੇ ਵਿੱਚ ਕਰਾਂਗੇ। ਤਾਂ ਹੁਣ ਅਸੀਂ ਜਲਦੀ ਜਲਦੀ ਕੁਇਕ ਇੱਕ ਰੀਕੈਪ ਕਰ ਲੈਂਦੇ ਹਾਂ, ਹੈ ਨਾ। ਓਕੇ, ਸਭ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਹਾਂ ਕਿੰਦੀ ਜੀ? ਆਰਟੀਕਲ 5 ਦੀ। ਰਾਈਟ, ਆਰਟੀਕਲ 5 ਦੇ ਵਿੱਚ ਕੀ ਗੱਲ ਕੀਤੀ ਗਈ ਹੈ ਕਿ ਇਹਦੇ ਵਿੱਚ ਬੋਲਿਆ ਗਿਆ ਹੈ ਕਿ ਅਗਰ ਤੁਸੀਂ ਇੰਡੀਆ ਦਾ ਡੋਮਿਸਾਈਲ ਰੱਖਦੇ ਹੋ ਤਾਂ ਤੁਹਾਨੂੰ ਸਿਟੀਜ਼ਨਸ਼ਿਪ ਇੱਥੇ ਦੀ ਮਿਲ ਜਾਏਗੀ, ਹੈ ਨਾ। ਆਰਟੀਕਲ 6 ਦੇ ਵਿੱਚ ਬੋਲਿਆ ਗਿਆ ਹੈ ਕਿ ਤੁਸੀਂ ਇੰਡੀਆ ਦੇ ਵਿੱਚ ਆਏ ਹੋ ਪਾਕਿਸਤਾਨ ਤੋਂ। ਠੀਕ ਹੈ, ਆਰਟੀਕਲ 7 ਦੇ ਵਿੱਚ ਗੱਲ ਕੀਤੀ ਗਈ ਹੈ ਤੁਸੀਂ ਇੰਡੀਆ ਤੋਂ ਪਾਕਿਸਤਾਨ ਗਏ, ਵਾਪਸ ਇੰਡੀਆ ਦੇ ਵਿੱਚ ਆ ਗਏ। ਆਰਟੀਕਲ 8 ਦੇ ਵਿੱਚ ਗੱਲ ਕੀਤੀ ਗਈ ਹੈ ਕਿ ਤੁਸੀਂ ਆਊਟਸਾਈਡ ਇੰਡੀਆ ਰਹਿੰਦੇ ਹੋ ਪਰ ਤੁਸੀਂ ਇੰਡੀਆ ਦੇ origin ਦੇ ਪਰਸਨ ਹੋ। ਠੀਕ ਹੈ, ਆਰਟੀਕਲ 9 ਦੇ ਵਿੱਚ ਗੱਲ ਹੈ ਕਿ ਅਗਰ ਤੁਸੀਂ ਫੋਰਨ ਦੀ ਸਿਟੀਜ਼ਨਸ਼ਿਪ ਲੈ ਲਈ ਤਾਂ ਤੁਹਾਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਛੱਡਣੀ ਪਏਗੀ। ਓਕੇ, ਔਰ ਆਰਟੀਕਲ 10 ਦੇ ਵਿੱਚ ਗੱਲ ਹੋ ਰਹੀ ਹੈ ਕਿ ਤੁਹਾਡੇ ਜਿੰਨੀਆਂ ਵੀ ਸਿਟੀਜ਼ਨਸ਼ਿਪ ਮਿਲੀਆਂ ਸਾਰੀਆਂ ਕੰਟੀਨਿਊ ਰਹਿਣਗੀਆਂ ਪਰ ਲਾਅ ਮੇਕਿੰਗ ਦੀ ਪਾਵਰ ਪਾਰਲੀਮੈਂਟ ਕੋਲ ਰਹੇਗੀ। ਆਰਟੀਕਲ 11 ਦੇ ਵਿੱਚ ਗੱਲ ਹੈ ਕਿ 26 ਜਨਵਰੀ 1950 ਤੋਂ ਬਾਅਦ ਜਿੰਨੇ ਵੀ ਸਿਟੀਜ਼ਨਸ਼ਿਪ ਦੇ ਲਾਅ ਨੂੰ ਚੇਂਜ ਕਰਨਾ ਹੋਏਗਾ ਜਾਂ ਨਿਊ ਮੇਕ ਕਰਨਾ ਹੋਏਗਾ,
ਜਾਂ ਫਿਰ ਇਹ ਸਾਰੀਆਂ ਸਿਟੀਜ਼ਨਸ਼ਿਪ ਨੂੰ ਅਗਰ ਖਤਮ ਵੀ ਕਰਨਾ ਹੋਏਗਾ ਤਾਂ ਇਹ ਸਾਰਾ ਕੁਝ ਕਿਸ ਦੇ ਹੱਥ ਵਿੱਚ ਹੋਏਗਾ? ਪਾਰਲੀਮੈਂਟ ਦੇ ਹੱਥ ਵਿੱਚ ਹੋਏਗਾ। ਠੀਕ ਹੈ, आई होप कि ਤੁਹਾਨੂੰ ਮੈਂ ਸਿਟੀਜ਼ਨਸ਼ਿਪ ਸਮਝਾਉਣ ਦੇ ਵਿੱਚ ਕਾਮਯਾਬ ਹੋ ਪਾਈ। ਮੈਂ ਟਰਾਈ ਕੀਤੀ ਬਹੁਤ ਹੀ ਜ਼ਿਆਦਾ ਈਜ਼ੀ ਲੈਂਗੁਏਜ ਵਿੱਚ ਸਮਝਾਉਣ ਦੀ, ਔਰ ਮੈਨੂੰ ਹੋਪ ਹੈ ਕਿ ਤੁਹਾਨੂੰ ਸਮਝ ਆ ਗਿਆ ਹੋਏਗਾ। ਓਕੇ, ਤਾਂ ਮਿਲਾਂਗੇ ਅਸੀਂ ਅਗਲੇ ਸੈਸ਼ਨ ਦੇ ਵਿੱਚ। ਥੈਂਕ ਯੂ ਸੋ ਮਚ, ਹੈਵ ਅ ਨਾਈਸ ਟਾਈਮ, ਬਾਏ ਬਾਏ।